ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਕਲਾਸ ਵਿੱਚ ਜੀ ਆਇਆਂ। ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਜੋ ਸ਼ਬਦ ਕੁਝ ਕਠਿਨ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਅਸੀਂ ਵਾਰੋ ਵਾਰੀ ਹਰ ਸ਼ੁੱਕਰਵਾਰ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ। ਪਿਛਲੇ ਹਫ਼ਤਿਆਂ ਵਿੱਚ ਅਸੀਂ ਗੌੜੀ ਰਾਗ ਦੇ ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਹੁਣ ਆਸਾ ਰਾਗ ਤੋਂ ਭਗਤ ਬਾਣੀ ਦੇ ਜੋ ਸ਼ਬਦ ਹਨ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦਾ ਜੋ ਸ਼ਬਦ ਹੈ ਆਪ ਜੀ ਦੀ ਸਕਰੀਨ ਤੇ ਡਿਸਪਲੇ ਹੈ, ਜਿਹਦੀ ਰਹਾਉ ਦੀ ਅੰਕ ਹੈ ਮੂਈ ਮੇਰੀ ਮਾਈ ਹੂੰ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲਗੇ ਨਾ ਪਾਲਾ। ਦਗਲੀ ਕੀ ਹੈ, ਕੌਣ ਮਰ ਗਿਆ, ਕਿਹੜੀ ਮਾਂ ਮਰ ਗਈ, ਇਹ ਬੜੇ ਗਹਿਰੇ ਭਾਵ, ਡੂੰਘੇ ਭਾਵ ਹਨ, ਜਿਹੜੇ ਆਪ ਜੀ ਨੂੰ ਵੀਰ ਪ੍ਰਭ ਕੀਰਤਨ ਸਿੰਘ ਜੀ ਇਹ ਦੱਸਣਗੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਆਪ ਜੀ ਸ਼ਬਦ ਦੀ ਵਿਚਾਰ ਆਰੰਭ ਕਰੋ ਜੀ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਹੈ, ਕਬੀਰ ਜੀ ਦਾ ਆਸਾ ਰਾਗ ਵਿਚਲਾ ਇਹ ਸ਼ਬਦ, ਇਸ ਦੀ ਅੱਜ ਆਪਾਂ ਵਿਚਾਰ ਕਰਨੀ ਹੈ। ਆਓ ਸਤਿਗੁਰੂ ਜੀ ਅੱਗੇ ਅਰਦਾਸ ਕਰੀਏ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ ਤੇ ਅਰਦਾਸ ਕਰੀਏ ਕਿ ਸਾਨੂੰ ਇਹ ਸਮਰੱਥਾ ਬਖਸ਼ੇ ਕਿ ਅਸੀਂ ਕਬੀਰ ਜੀ ਨੇ ਜੋ ਇਹ ਸ਼ਬਦ ਬੜੇ ਡੂੰਘੇ ਭਾਵਾਂ ਵਾਲਾ ਉਚਾਰਿਆ ਹੈ, ਉਹਨੂੰ ਸਮਝਣ ਦੀ ਸਾਡੇ ਵਿੱਚ ਸਮਰੱਥਾ ਆ ਜਾਏ ਤੇ ਇਹ ਸ਼ਬਦ ਦੇ ਵਿੱਚ ਜੋ ਉਹ ਸਾਨੂੰ ਸਮਝਾਉਣਾ ਚਾਹੁੰਦੇ ਹਨ, ਉਹ ਉਪਦੇਸ਼ ਗ੍ਰਹਿਣ ਕਰਕੇ ਅਸੀਂ ਇਸ ਜੀਵਨ ਨੂੰ ਬਿਤਾ ਸਕੀਏ। ਆਓ ਸਭ ਤੋਂ ਪਹਿਲਾਂ ਇੱਕ ਵਾਰੀ ਇਸ ਸ਼ਬਦ ਦਾ ਪਾਠ ਕਰ ਲਈਏ ਜੀ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਤਿਸ ਬਾਪ ਕੋ ਕਿਉ ਮਿਨੋ ਵਿਸਾਰੀ, ਆਗੇ ਗਿਆ ਨਾ ਬਾਜ਼ੀ ਹਾਰੀ, ਮੋਈ ਮੇਰੀ ਮਾਈ ਹੋਂ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲਗੈ ਨਾ ਪਾਲਾ। ਰਹਾਉ ਬਲ ਤਿਸ ਬਾਪੈ ਜਿਨ ਹੋ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾਂ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨੇ, ਪਿਤਾ ਹਮਾਰੋ ਵੱਡ ਗੋਸਾਈ, ਤਿਸ ਪਿਤਾ ਪੈ ਹੋਂ ਕਿਉ ਕਰ ਜਾਈ, ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਭਾਇਆ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਹਰ ਦੁਹਾਂ ਬਸੇਰਾ, ਕਉ ਕਬੀਰ ਜਨ ਏਕੋ ਬੁਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ, ਕਉ ਕਬੀਰ ਜਨ ਏਕੋ ਬੁਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਮੁਈ ਮੇਰੀ ਮਾਈ
ਹੋਂ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ, ਲਗੈ ਨਾ ਪਾਲਾ। ਇਹ ਜੋ ਸ਼ਬਦ ਹੈ, ਇਹਦੀ ਰਹਾਉ ਦੀ ਪੰਕਤੀ ਆਪ ਜੀ ਨੂੰ ਮੈਂ ਦੁਬਾਰਾ ਪੜ੍ਹ ਕੇ ਸੁਣਾਈ ਹੈ। ਇਹਦੇ ਅਖਰੀ ਅਰਥ ਪਹਿਲੇ ਕਰ ਲਈਏ ਜੀ। ਮੁਈ ਮੇਰੀ ਮਾਈ, ਮੇਰੀ ਮਾਂ ਮਰ ਗਈ, ਹੁਣ ਖਰਾ ਸੁਖਾਲਾ। तो मैं बहुत सुखाला हो गया, मेरा जीवन बड़ा सुखाला हो गया। पैरों नहीं दगली, हुण मैनू पाउण दी लोड़ नहीं। कि दगली, दगली कहंदे हन जिहड़ी रूं दी कुर्ती, रूंदार कुर्ती कहा जांदा आम भाषा दे विच। ਇਹਨੂੰ ਅਸੀਂ ਕਹਿ ਲਈਏ ਕਿ ਕਾਟਨ ਕੁਇਲਟਡ ਜੈਕਟ ਅਸੀਂ ਕਹਿ ਲਈਏ ਜੀ, ਉਹਨੂੰ ਦਗਲੀ ਕਿਹਾ ਜਾਂਦਾ। ਅੱਜ ਵੀ ਰਾਜਸਥਾਨ ਦੇ ਵਿੱਚ ਅਜਿਹੀਆਂ ਜੈਕਟਾਂ ਜਦੋਂ ਅਸੀਂ ਘੁੰਮਣ ਫਿਰਨ ਲਈ ਵੀ ਜਾਂਦੇ ਹਾਂ ਤੇ ਉੱਥੋਂ ਲੈ ਕੇ ਆਉਂਦੇ ਹਾਂ ਤੇ ਉੱਥੇ ਉਹਨਾਂ ਨੂੰ ਦਗਲਾ ਅੱਜ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਫਾਰਸੀ ਦਾ ਹੈ ਤੇ ਇਹਦਾ ਅਰਥ ਇਹ ਹੈ ਕਿ ਜਿਹਦੇ ਵਿੱਚ ਲੇਅਰ ਇੱਕ ਕਾਟਨ ਦੀ ਦਿੱਤੀ ਹੋਵੇ ਤੇ ਬਾਹਰੋਂ ਕਾਟਨ ਦੇ ਦੋ ਕੱਪੜਿਆਂ ਦੇ ਵਿਚਕਾਰ ਲੇਅਰ ਰੂੰ ਦੀ ਰੱਖੀ ਹੋਵੇ। ਇਹ ਸਰਦੀਆਂ ਦੇ ਵਿੱਚ ਪਾਈ ਜਾਂਦੀ ਹੈ ਜਦੋਂ ਸਰਦੀ ਤੋਂ ਬਚਾਅ ਕਰਨਾ ਹੁੰਦਾ ਹੈ, ਪਰ ਇਹ ਰੂੰਦਾਰ ਕੱਪੜਿਆਂ ਉਨੀ ਕੱਪੜਿਆਂ ਵਾਂਗ ਸਰੀਰ ਨੂੰ ਚੁਭਦੀ ਵੀ ਨਹੀਂ ਜਦੋਂ ਦਿਨ ਦੇ ਵਿੱਚ ਗਰਮੀ ਹੋ ਜਾਏ। ਤਾਂ ਉੱਥੇ ਬੜੀ ਪਪੂਲਰ ਹੈ। ਪੈਰੋਂ ਨਹੀਂ ਦਗਲੀ, ਲਗੈ ਨਾ ਪਾਲਾ। ਪਾਲਾ ਭਾਵ ਹੁਣ ਮੈਨੂੰ ਪਾਲਾ ਠੰਡ ਨੂੰ ਕਿਹਾ ਜਾਂਦਾ ਹੈ, ਸਾਡੇ ਬੜੇ ਅਖਾਣ ਵੀ ਬਣੇ ਹੋਏ ਹਨ। ਇੱਥੇ ਪਾਲਾ ਤੇ ਦਗਲੀ ਦਾ ਜੋ ਸਿੰਬਲ ਹੈ, ਇਹ ਇੱਕ ਉਦਾਹਰਨ ਦੇ ਲੈ ਕੇ ਕਬੀਰ ਜੀ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਹੁਣ ਕੋਈ ਚੀਜ਼ ਐਸੀ ਹੈ ਜਿਹੜੀ ਤੰਗ ਨਹੀਂ ਕਰ ਰਹੀ ਤਾਂ ਫਿਰ ਮੈਨੂੰ ਦਗਲੀ ਪਹਿਨਣ ਦੀ, ਭਾਵ ਉਸ ਤੋਂ ਬਚਾਅ ਵਾਲਾ ਵਸਤਰ ਪਹਿਨਣ ਦੀ ਵੀ ਲੋੜ ਨਹੀਂ, ਜਾਂ ਮੈਨੂੰ ਇਹ ਸਜ਼ਾ ਭੁਗਤਣ ਦੀ ਲੋੜ ਨਹੀਂ ਕਿ ਵੀ ਉਦੋਂ ਮੈਨੂੰ ਇਹ ਵਸਤਰ ਜਿਹੜਾ ਹੈ ਐਕਸਟਰਾ ਪਾ ਕੇ ਬਾਹਰ ਜਾਣਾ ਪਵੇ, ਆਪਣਾ ਜੀਵਨ ਬਿਤਾਉਣਾ ਪਵੇ। ਹੁਣ ਇੱਥੇ ਕਬੀਰ ਜੀ ਕਹਿ ਕੀ ਰਹੇ ਹਨ? ਮਾਈ ਸ਼ਬਦ ਤੋਂ ਅਰਥ ਹੈ ਮਾਂ, ਮਾਇਆ। ਮਾਇਆ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ, ਉਹ ਜੋ ਇਸ ਜਗਤ ਦੇ ਵਿੱਚ ਫੈਲੀ ਹੋਈ ਹੈ, ਇੱਕ ਜਾਦੂਗਰਨੀ ਵਰਗੀ ਹੈ, ਸਾਨੂੰ ਭੁਲੇਖੇ ਵਿੱਚ, ਭਰਮ ਦੇ ਵਿੱਚ ਪਾਈ ਰੱਖਦੀ ਹੈ। ਅ ਕਾਈਂਡ ਆਫ ਮੈਜਿਕ ਸ਼ੋ ਅਸੀਂ ਜਿਵੇਂ ਕਹਿ ਦਈਏ ਕਿ ਜਿਵੇਂ ਕੋਈ ਚੀਜ਼ ਹੈ ਜਿਹੜੀ ਸਾਨੂੰ ਭਰਮਾ ਕੇ, ਉਲਝਾ ਕੇ ਰੱਖਦੀ ਹੈ, ਪਰ ਸਾਡੇ ਕੰਮ ਕੋਈ ਨਹੀਂ ਆਉਂਦੀ। ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਜਿਹੜਾ ਸ਼ਬਦ ਮਾਇਆ ਬਣਿਆ ਹੈ, ਇਹ ਮਾਇਆ ਸ਼ਬਦ ਵੀ ਮਾਂ ਤੋਂ ਹੀ ਬਣਿਆ ਹੈ। ਉਸ ਦਾ ਕਾਰਨ ਇਹ ਹੈ ਕਿ ਮਿਥਿਹਾਸ ਦੇ ਵਿੱਚ, ਜਾਂ ਮਿਥਿਹਾਸ ਛੱਡ ਕੇ ਸਨਾਤਨ ਮਤ ਦੇ ਵਿੱਚ ਵੇਦਾਂਤ ਦੀ ਖਾਸ ਕਰਕੇ ਵਿਚਾਰਧਾਰਾ ਹੈ ਜਿੱਥੋਂ ਇਹ ਸ਼ਬਦ ਲਿਆ ਗਿਆ ਹੈ ਮਾਇਆ। ਉੱਥੇ ਉਹਨਾਂ ਦਾ ਵਿਚਾਰ ਇਹ ਹੈ ਕਿ ਬ੍ਰਹਮ ਭਾਵ ਜਿਸਨੇ ਇਹ ਜਗਤ ਪੈਦਾ ਕੀਤਾ ਹੈ ਤੇ ਜਿਹੜਾ ਇਸ ਜਗਤ ਦੇ ਵਿੱਚ ਸਮਾਇਆ ਹੋਇਆ ਹੈ, ਉਹਨੇ ਮਾਇਆ ਦੇ ਸਹਿਯੋਗ ਦੇ ਨਾਲ ਜਗਤ ਦੀ ਉਤਪਤੀ ਰਚਨਾ ਕੀਤੀ। ਇਸ ਕਰਕੇ ਬ੍ਰਹਮ ਨੂੰ ਪਿਤਾ ਕਹਿ ਦਿੱਤਾ ਜਾਂਦਾ ਹੈ ਤੇ ਮਾਇਆ ਨੂੰ ਮਾਂ ਕਹਿ ਦਿੱਤਾ ਜਾਂਦਾ ਹੈ। ਤੇ ਜਿਵੇਂ ਮੈਂ ਅੱਗੇ ਜ਼ਿਕਰ ਕੀਤਾ, ਕਈ ਤਾਂ ਵਿਦਵਾਨ ਇਹ ਕਹਿੰਦੇ ਹਨ ਸ਼ਬਦ ਹੀ ਮਾਂ ਤੋਂ ਬਣਿਆ ਹੈ। ਸੋ ਇੱਥੇ ਕਬੀਰ ਜੀ ਨੇ ਉਹਦਾ ਜਿਹੜਾ ਕੋਲੋਕੀਅਲ ਰੂਪ ਹੈਗਾ, ਆਮ ਬੋਲਿਆ ਜਾਣ ਵਾਲਾ ਰੂਪ ਮਾਈ ਕਹਿ ਦਿੱਤਾ ਹੈ। ਹੋਰ ਵੀ ਬੜੀ ਥਾਵਾਂ ਤੇ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ, ਜਿਵੇਂ ਜਪਜੀ ਸਾਹਿਬ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਏਕਾ ਮਾਈ ਜੁਗਤ ਵਿਆਈ, ਉੱਥੇ ਵੀ ਇੱਧਰ ਹੀ ਇਸ਼ਾਰਾ ਹੈ, ਉੱਥੇ ਵੀ ਮਾਈ ਸ਼ਬਦ ਹੀ ਵਰਤਿਆ ਹੈ। ਤੇ ਇੱਥੇ ਮਾਇਆ ਦਾ ਅਰਥ ਹੈ ਮਾਇਆ, ਮਾਂ ਜਿਹੜੀ ਸਾਡੀ ਮਾਇਆ ਦੇ ਰੂਪ ਦੇ ਵਿੱਚ ਜਿਸਨੇ ਇਹ ਜਗਤ ਨੂੰ ਜਨਮ ਦਿੱਤਾ ਹੈ, ਉਹਨੂੰ ਮਾਈ ਕਿਹਾ ਹੈ। ਤੇ ਕਬੀਰ ਜੀ ਕਹਿ ਰਹੇ ਹਨ ਮੋਈ ਮੇਰੀ ਮਾਈ, ਮਾਇਆ ਮਰ ਗਈ। ਮਾਇਆ ਕਿਵੇਂ ਮਰ ਗਈ? ਇਹ ਕਿਹੜਾ ਕੋਈ ਤੁਰੀ ਫਿਰਦੀ ਸਾਡੀ ਸਾਥਣ ਹੈ ਜਿਹੜੀ ਮਰ ਗਈ? ਜਦੋਂ ਸਾਡਾ ਡਰ ਦੂਰ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਮੇਰਾ ਡਰ ਮਰ ਗਿਆ। ਜਦੋਂ ਸਾਡਾ ਅਗਿਆਨਤਾ ਵਾਲਾ ਅਵਸਥਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਅਗਿਆਨਤਾ ਸਾਡੀ ਖਤਮ ਹੋ ਜਾਂਦੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਅਗਿਆਨ ਮਰ ਗਿਆ, ਹਨੇਰਾ ਮਰ ਗਿਆ, ਚਾਨਣ ਆ ਗਿਆ। ਤਾਂ ਮਾਇਆ ਮਰਨ ਤੋਂ ਭਾਵ ਕੀ ਹੈ ਕਿ ਹੁਣ ਮਾਇਆ ਦਾ ਮੇਰੇ ਉੱਤੋਂ ਅਸਰ ਹੋਣਾ ਘਟ ਗਿਆ ਹੈ, ਖਤਮ ਹੋ ਗਿਆ।
ਜਿਹੜਾ ਮਾਇਆ ਨੇ ਇਹ ਪਸਾਰਾ ਕਰਕੇ ਮੇਰੇ ਉੱਤੇ ਇੱਕ ਪ੍ਰੈਸ਼ਰ ਬਣਾਇਆ ਹੋਇਆ ਸੀ, ਆਪਣਾ ਪ੍ਰਭਾਵ ਬਣਾਇਆ ਹੋਇਆ ਸੀ, ਉਹ ਖਤਮ ਹੋ ਗਿਆ। ਹੁਣ ਮੇਰੇ ਜੀਵਨ ਨੂੰ ਇਸ ਜਗਤ ਦੀ ਰਚਨਾ ਨੇ ਮਾਇਆ ਬਣ ਕੇ ਮੇਰੇ ਜੀਵਨ ਨੂੰ ਬੰਧਨਾਂ ਦੇ ਵਿੱਚ ਰੱਖਿਆ ਹੋਇਆ ਸੀ। ਉਹਦੀ ਉਹ ਬੰਧਨ ਵਿੱਚ ਰੱਖਣ ਦੀ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਗਈ। ਹੁਣ ਇਹ ਬੰਧਨ ਕੀ ਹੈ ਕਿ ਮੈਂ ਮਾਇਆ ਦੇ ਹੁਕਮ ਦੇ ਵਿੱਚ ਜੀਵਨ ਬਿਤਾ ਰਿਹਾ ਹਾਂ। ਮੇਰੇ ਪਿਤਾ ਮੈਨੂੰ ਕੀ ਕਹਿ ਰਿਹਾ ਉਹ ਮੈਂ ਸੁਣ ਹੀ ਨਹੀਂ ਰਿਹਾ, ਸਿਰਫ ਮਾਂ ਦੀ ਗੱਲ ਸੁਣੀ ਜਾ ਰਿਹਾ, ਮਾਇਆ ਦੀ ਗੱਲ। ਹੁਣ ਜਦੋਂ ਮੈਂ ਪਿਤਾ ਦੇ ਗੱਲ ਨਹੀਂ ਸੁਣਦਾ, ਉਹਦੀ ਮਰਜ਼ੀ ਅਨੁਸਾਰ ਮੈਨੂੰ ਮਾਇਆ ਆਪਣਾ ਜੀਵਨ ਨਹੀਂ ਜੀਣ ਦਿੰਦੀ, ਤਾਂ ਫਿਰ ਮੈਂ ਕੀ ਕਰਦਾ ਹਾਂ ਕਿ ਮੈਂ ਮਾਇਆ ਦੇ ਹੀ ਜਿਹੜੇ ਪੁੱਤਰ ਹਨ, ਇਹ 5 ਵਿਕਾਰ ਹਨ, ਮੈਂ ਉਹਨਾਂ ਦੇ ਸਾਥ ਦੇ ਵਿੱਚ ਰਹਿ ਰਿਹਾ ਹਾਂ। ਉਹਨਾਂ ਨੂੰ ਆਪਣੇ ਦਿਲ ਵਿੱਚ ਵਸਾ ਕੇ, ਆਪਣੇ ਜੀਵਨ ਦੇ ਵਿੱਚ ਵਸਾ ਕੇ ਆਪਣਾ ਜੀਵਨ ਬਤੀਤ ਕਰ ਰਿਹਾ। ਤੇ ਜਦੋਂ ਮੈਂ ਮਾਇਆ ਨੂੰ ਮਾਰ ਲਿਆ, ਭਾਵ ਮਾਇਆ ਨੂੰ ਕਾਬੂ ਦੇ ਵਿੱਚ ਕਰ ਲਿਆ, ਮੇਰੇ ਉੱਤੋਂ ਮਾਇਆ ਦਾ ਅਸਰ ਹਟ ਗਿਆ, ਤਾਂ ਫਿਰ ਮੇਰੀ ਕੀ ਅਵਸਥਾ ਬਣ ਗਈ? ਹਾਂ, ਖਰਾ ਸੁਖਾਲਾ। ਸੁਖਾਲਾ ਮਤਲਬ ਬੜਾ ਸੌਖਾ ਹੋ ਗਿਆ। ਹੁਣ ਮੇਰਾ ਜੀਵਨ ਬੜਾ ਸੌਖਾ ਹੋ ਗਿਆ। ਖਰਾ ਮੈਨੇ ਬਹੁਤ, ਕਿਉਂਕਿ ਮੈਂ ਉਹਦੇ ਦਬਾਅ ਦੇ ਹੇਠੋਂ ਨਿਕਲ ਗਿਆ। ਜਿਹੜੇ ਬੰਧਨ ਮੇਰੇ ਉੱਤੇ ਪਏ ਹੋਏ ਸਨ, ਜਿਹੜੀ ਮੇਰੀ ਅਕਲ ਦੇ ਉੱਤੇ ਪਰਦਾ ਪਿਆ ਹੋਇਆ ਸੀ, ਮੈਨੂੰ ਜੀਵਨ ਜੀਣ ਦਾ ਰਾਹ ਹੀ ਨਹੀਂ ਸੀ ਸੁੱਝ ਰਿਹਾ। ਹੁਣ ਮੈਂ ਆਪਣੇ ਪਿਤਾ ਤੱਕ ਪਹੁੰਚਣ ਦੇ ਰਾਹ ਦੇ ਉੱਤੇ ਪਿਤਾ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ, ਤੇ ਮੇਰਾ ਜੀਵਨ ਬੜਾ ਹੀ ਸੁਖਾਲਾ ਬਣ ਗਿਆ। ਜਦੋਂ ਮੇਰਾ ਜੀਵਨ ਸੁਖਾਲਾ ਹੋ ਗਿਆ ਤਾਂ ਫਿਰ ਕੀ ਹੋਇਆ? ਪੈਰੋਂ ਨਹੀਂ ਡਗਲੀ ਲਗੈ ਨਾ ਪਾਲਾ। ਹੁਣ ਮੈਨੂੰ ਪਾਲਾ ਨਹੀਂ ਲੱਗ ਰਿਹਾ, ਮੈਨੂੰ ਕਾਂਬਾ ਨਹੀਂ ਛਿੜ ਰਿਹਾ, ਭਾਵ ਮੈਂ ਮਾਇਆ ਦੇ ਪ੍ਰਭਾਵ ਦੇ ਥੱਲੋਂ ਨਿਕਲ ਗਿਆ। ਤੇ ਫਿਰ ਹੁਣ ਮੈਨੂੰ ਇਹ ਰੂੰਦਾਰ ਕੁੜਤੀ, ਭਾਵ ਇਹ ਸਰੀਰ ਰੂਪੀ ਗੋਦੜੀ ਦੁਬਾਰਾ ਪਹਿਨਣ ਦੀ ਮੈਨੂੰ ਲੋੜ ਨਹੀਂ ਹੈ। ਭਾਵ ਹੁਣ ਮੈਂ ਆਪਣੇ ਪਿਤਾ ਪ੍ਰਭੂ ਦੇ ਨਾਲ ਜੁੜ ਗਿਆ ਹਾਂ। ਮੈਂ ਉਹਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਹਦੇ ਨਾਲ ਮੇਰਾ ਪ੍ਰੇਮ ਬਣ ਗਿਆ ਹੈ, ਤੇ ਹੁਣ ਮੈਨੂੰ ਬਾਰ-ਬਾਰ ਬਸਤਰ ਪਹਿਨਣ ਦੀ ਲੋੜ ਨਹੀਂ। ਮੈਨੂੰ ਬਾਰ-ਬਾਰ ਇਸ ਜਗਤ ਦੇ ਵਿੱਚ ਆ ਕੇ ਬਾਰ-ਬਾਰ ਸਰੀਰ ਧਾਰਨ ਕਰਨ ਦੀ ਮੇਰੀ ਲੋੜ ਖਤਮ ਹੋ ਗਈ। ਹੁਣ ਨਾ ਮੈਨੂੰ ਮਾਇਆ ਦੇ ਬੰਧਨ ਮੇਰੇ ਉੱਤੇ ਰਹਿ ਗਏ ਹਨ, ਨਾ ਮੇਰੀ 5 ਵਿਕਾਰਾਂ ਦੀ ਗੁਲਾਮੀ ਰਹਿ ਗਈ ਹੈ। ਮੈਂ ਮੁਕਤ ਹੋ ਗਿਆ ਹਾਂ, ਤੇ ਹੁਣ ਮੈਂ ਸੁਖਾਲਾ ਹੋ ਗਿਆ ਹਾਂ। ਤੇ ਹੁਣ ਮੈਨੂੰ ਇਸ ਜੀਵਨ ਦੇ ਵਿੱਚ ਬਾਰ-ਬਾਰ ਆਉਣ ਦੀ ਲੋੜ ਵੀ ਖਤਮ ਹੋ ਗਈ। ਮੈਂ ਬਾਰ-ਬਾਰ ਇਹ ਕੱਪੜਾ ਨਹੀਂ ਪਹਿਣਾ। ਇਹ ਜਿਹੜਾ ਆਤਮਾ ਨੇ ਸਾਡੀ ਨੇ ਸਰੀਰ ਰੂਪੀ ਕਪੜਾ ਦਗਲੀ ਪਹਿਨੀ ਹੋਈ ਹੈ, ਇਹ ਮੈਨੂੰ ਹੁਣ ਪਹਿਨਣ ਦੀ ਲੋੜ ਖਤਮ ਹੋ ਗਈ। ਪੈਰੋਂ ਨਹੀਂ ਦਗਲੀ, ਹੁਣ ਮੈਨੂੰ ਨਹੀਂ ਇਹ ਚਾਹੀਦਾ। ਹੁਣ ਮੈਂ ਦੁਬਾਰਾ ਨਹੀਂ ਪਾਵਾਂਗਾ। ਕਿਉਂ? ਕਿਉਂਕਿ ਲਗੈ ਨਾ ਪਾਲਾ, ਕਿਉਂਕਿ ਬਸਤਰ ਪਾਉਣ ਦੀ ਲੋੜ ਹੀ ਖਤਮ ਹੋ ਗਈ। ਮੇਰਾ ਅੰਦਰੋਂ ਉਹ ਡਰ, ਉਹ ਕਾਂਬਾ, ਮੈਂ ਤਾਂ ਹੁਣ ਸੁਖਾਲਾ ਹੋ ਗਿਆ ਹਾਂ। ਉਸ ਪ੍ਰਭੂ ਦੇ ਨਾਲ ਜੁੜ ਕੇ ਮੇਰਾ ਜੀਵਨ ਖਿੜ ਗਿਆ ਹੈ, ਸੌਖਾ ਹੋ ਗਿਆ ਹੈ, ਆਨੰਦ ਵਾਲਾ, ਵਿਗਾਸ ਵਾਲਾ, ਵਿਸਮਾਦ ਵਾਲਾ ਹੋ ਗਿਆ ਹੈ। ਹੁਣ ਮੈਨੂੰ ਇਸ ਬਸਤਰ ਦੀ ਬਾਰ-ਬਾਰ ਪਹਿਨਣ ਦੀ ਲੋੜ ਨਹੀਂ ਹੈ। ਅੱਗੇ ਕਬੀਰ ਜੀ ਪਹਿਲਾ ਬੰਦ ਹੈ, ਉਹਦੇ ਵਿੱਚ ਉਹ ਸਾਨੂੰ ਸਮਝਾ ਰਹੇ ਹਨ ਕਿ ਬਈ ਇਹ ਜੋ ਅਵਸਥਾ ਹੈ, ਕਿ ਮੈਂ ਇਹ ਜਿਹੜੀ ਇਹਦੀ ਵਿਆਖਿਆ ਕਰ ਰਹੇ ਹਨ ਕਿ ਹੁਣ ਹੋਇਆ ਕੀ ਹੈ ਕਿ ਮੇਰੀ ਮਾਂ ਮਰ ਗਈ ਹੈ, ਮੈਂ ਸੁਖਾਲਾ ਹੋ ਗਿਆ ਹਾਂ, ਤੇ ਮੈਨੂੰ ਇਸ ਜਨਮ ਨੂੰ ਬਾਰ-ਬਾਰ ਧਾਰਨ ਕਰਨ ਦੀ ਲੋੜ ਮੇਰੀ ਖਤਮ ਹੋ ਗਈ ਹੈ। ਅਗਲੇ ਬੰਦ ਦੇ ਵਿੱਚ ਉਹ ਦੱਸਦੇ ਹਨ ਕਿ ਬਈ ਇਹ ਕੀ ਹੋਇਆ ਕੀ? ਹੁਣ ਇਹਦੀ ਉਹ ਵਿਆਖਿਆ ਕਰ ਰਹੇ ਹਨ, ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜੀ ਅਵਸਥਾ ਦਾ ਉਹਨਾਂ ਨੇ ਰਹਾਉ ਦੇ ਵਿੱਚ ਜ਼ਿਕਰ ਕੀਤਾ ਹੈ, ਬੜੇ ਆਨੰਦ ਵਾਲੀ ਅਵਸਥਾ ਆਪਣੀ ਉਹਨਾਂ ਨੇ ਸ਼ਬਦ ਵਰਤੇ ਹਨ। ਇਹ ਮੈਨੂੰ ਮਿਲਿਆ ਕਿਵੇਂ, ਪਤਾ ਕਿਵੇਂ ਲੱਗਿਆ? ਆਪ ਫਰਮਾ ਰਹੇ ਹਨ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਬਾਪ, ਪਹਿਲਾਂ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਹੈ ਮਾਈ, ਮਾਂ, ਜਿਹੜੀ ਮਾਇਆ ਨੂੰ ਕਿਹਾ ਹੈ, ਤੇ ਇੱਥੇ ਬਾਪ ਦਾ ਲਫ਼ਜ਼ ਉਹਨਾਂ ਨੇ ਉਸੇ ਹੀ ਟਰਮੀਨੋਲੋਜੀ ਨੂੰ ਫੋਲੋ ਕਰਦਿਆਂ ਹੋਇਆਂ ਹੁਣ ਪਿਤਾ ਦਾ ਵਰਤ ਲਿਆ ਹੈ ਉਸ ਪ੍ਰਭੂ ਦੇ ਵਾਸਤੇ। ਮੇਰੇ ਪਿਤਾ ਨੇ ਮੈਨੂੰ ਦਿਲਾਸਾ ਦਿੱਤਾ। ਦਿਲਾਸਾ ਅਸੀਂ ਸਾਰੇ ਜਾਣਦੇ ਹਾਂ, ਜਦੋਂ ਕੋਈ ਬੰਦਾ ਸਾਡਾ ਆਪਣਾ ਕਿਸੇ ਮੁਸ਼ਕਲ ਵਿੱਚ ਹੋਵੇ ਤੇ ਅਸੀਂ ਉਹਨੂੰ ਦਿਲਾਸਾ ਦਿੰਦੇ ਹਾਂ ਵੀ ਤੂੰ ਘਬਰਾ ਨਾ,
ਹਿੰਮਤ ਕਰ, ਮੈਂ ਤੇਰੇ ਨਾਲ ਖੜਾ। ਇਹਨੂੰ ਦਿਲਾਸਾ ਕਿਹਾ ਜਾਂਦਾ। ਤੇ ਕਬੀਰ ਜੀ ਕਹਿੰਦੇ ਹਨ, ਮੇਰੇ ਪਿਤਾ ਨੇ ਮੈਨੂੰ ਦਿਲਾਸਾ ਦਿੱਤਾ, ਧਰਵਾਸ ਦਿੱਤਾ। ਭਾਵ ਹੁਣ ਅਸੀਂ ਦਿਲਾਸਾ ਦਿੰਨੇ ਆ, ਮੈਂ ਤੇਰੇ ਨਾਲ ਖੜਾ। ਮੇਰੇ ਇਸ ਕਹਿਣ ਦਾ ਅਸਰ ਦੂਜੇ ਜਿਹੜਾ ਬੰਦਾ ਡਿਪਰੈਸ਼ਨ ਵਿੱਚ ਹੈ, ਢਹਿੰਦੀ ਕਲਾ ਵਿੱਚ ਹੈ, ਉਹਦੇ ਉੱਤੇ ਇਸ ਗੱਲ ਦਾ ਅਸਰ ਕਿਵੇਂ ਹੋਏਗਾ? ਜੇ ਉਹਨੂੰ ਮੇਰੀ ਗੱਲ ਦੇ ਉੱਤੇ ਯਕੀਨ ਹੋਵੇ ਕਿ ਇਹ ਕਹਿ ਰਿਹਾ ਮੈਂ ਤੇਰੇ ਨਾਲ ਖੜਾ, ਤੇ ਵਾਕਿਆ ਹੀ ਮੇਰੇ ਨਾਲ ਖੜਾ ਹੋਏਗਾ। ਇਹ ਪਹਿਲਾਂ ਵੀ ਮੇਰੇ ਨਾਲ ਖੜਾ ਹੋਇਆ ਸੀ, ਜਦ ਇਹਨੇ ਕਹਿ ਦਿੱਤਾ ਤੇ ਹੁਣ ਮੈਂ ਇਕੱਲਾ ਨਹੀਂ ਆ। ਦਿਲਾਸਾ ਇਹੀ ਹੁੰਦਾ। ਤੋ ਇੱਥੇ ਉਹ ਕਹਿ ਰਹੇ ਹਨ ਕਿ ਉਹ ਦਿਲਾਸਾ ਦਾ ਭਾਵ ਉਹਨੇ ਸਿਰਫ ਇੱਥੇ ਤੱਕ ਇਹਨੂੰ ਅਸੀਂ ਸੀਮਤ ਕਰਕੇ ਨਹੀਂ ਸਮਝ ਰਹੇ। ਮੇਰੇ ਪਿਤਾ ਨੇ ਮੈਨੂੰ ਸਹਾਰਾ ਦੇ ਦਿੱਤਾ, ਮੈਨੂੰ ਆਸਰਾ ਦੇ ਦਿੱਤਾ। ਬਾਪ ਦਿਲਾਸਾ ਮੇਰੋ ਕੀਨਾ। ਇਹ ਦਿਲਾਸਾ ਅਸੀਂ ਤਾਂ ਹੀ ਕਵਾਂਗੇ ਜੇ ਉਹ ਮੈਨੂੰ ਆਸਰਾ ਦੇਣ ਵਾਲਾ ਹੈ, ਦਿੰਦਾ ਹੈ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਹੁਣ ਸੇਜ ਸੁਖਾਲੀ ਦਾ ਕੀ ਅਰਥ ਹੈ? ਸੇਜ ਭਾਵ ਹੈ ਜੋ ਹਿਰਦੇ ਰੂਪੀ ਸੇਜ ਹੈ। ਅਨੇਕਾਂ ਥਾਵਾਂ ਦੇ ਉੱਤੇ ਸੇਜ ਸ਼ਬਦ ਗੁਰਬਾਣੀ ਦੇ ਵਿੱਚ ਵਰਤਿਆ ਜਾਂਦਾ ਹੈ ਕਿ ਇਸ ਸੇਜ ਉੱਤੇ ਉਸ ਪ੍ਰਭੂ ਪਿਤਾ ਨੇ ਸਾਡੇ ਹਿਰਦੇ ਵਿੱਚ ਆ ਕੇ ਨਿਵਾਸ ਕਰਨਾ ਹੈ। ਇੱਥੇ ਵੀ ਹਿਰਦੇ ਰੂਪ ਸੇਜ ਦੀ ਹੀ ਗੱਲ ਕਰ ਰਹੇ ਹਨ। ਇਹ ਮੇਰੇ ਹਿਰਦੇ ਰੂਪੀ ਸੇਜ, ਕਿਉਂਕਿ ਅਸੀਂ ਆਪਣੇ ਹਿਰਦੇ ਦੇ ਵਿੱਚ ਹੀ ਤਾਂ ਨਿਵਾਸ ਕਰ ਰਹੇ ਹਾਂ। ਹਿਰਦਾ ਹੀ ਤੇ ਸਾਡੀ ਹੋਂਦ ਦਾ, ਸਾਡੀ ਐਗਜ਼ਿਸਟੈਂਸ ਦਾ ਜਿਹੜਾ ਤੱਤ ਸਾਰ ਹੈ। ਹੁਣ ਇਹ ਬੜੀ ਸੁਖਾਲੀ ਹੋ ਗਈ ਹੈ। ਜੇ ਮਨ ਦੇ ਵਿੱਚ ਸ਼ਾਂਤੀ ਹੈ ਤੇ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਹੋ ਜਾਂਦੀ ਹੈ। ਉਸ ਮੇਰੇ ਹਿਰਦੇ ਰੂਪੀ ਸੇਜ ਸੁਖਾਲੀ ਹੋ ਗਈ ਹੈ। ਭਾਵ ਹੈ ਕਿ ਮੇਰੇ ਹਿਰਦਾ ਜਿਹੜਾ ਹੈ ਹੁਣ ਉਹ ਆਨੰਦਦਾਇਕ, ਆਰਾਮ ਦੇਣ ਵਾਲਾ, ਸੁਖਦਾਈ ਹੋ ਗਿਆ ਹੈ। ਕਿਵੇਂ? ਮੁਖ ਅੰਮ੍ਰਿਤ ਦੀਨਾ। ਜੇ ਕੋਈ ਬੰਦਾ ਜ਼ਖਮੀ ਹੋਵੇ, ਬਿਮਾਰ ਪਿਆ ਹੋਵੇ, ਰਸਤੇ ਵਿੱਚ ਡਿੱਗ ਪਵੇ ਬੇਹੋਸ਼ ਹੋ ਕੇ, ਤੇ ਉਹਨੂੰ ਹੋਸ਼ ਵਿੱਚ ਲਿਆਉਣਾ ਹੋਵੇ ਤੇ ਉਹਦੇ ਮੂੰਹ ਵਿੱਚ ਪਾਣੀ ਪਾਇਆ ਜਾਂਦਾ। ਉਸ ਵੇਲੇ ਪਾਣੀ ਉਹਨੂੰ ਜੀਵਨ ਦੇਣ ਵਾਲਾ ਬਣ ਜਾਂਦਾ। ਇੱਥੇ ਵੀ ਕਬੀਰ ਜੀ ਜੀਵਨ ਦੇਣ ਵਾਲੇ ਪਾਣੀ ਅੰਮ੍ਰਿਤ ਦੀ ਗੱਲ ਕਰ ਰਹੇ ਹਨ। ਭਾਵ ਪਰ ਇੱਥੇ ਸਰੀਰਕ ਜੀਵਨ ਦੀ ਗੱਲ ਨਹੀਂ ਕਰ ਰਹੇ। ਮੁਖ ਅੰਮ੍ਰਿਤ ਦੀਨਾ। ਅੰਮ੍ਰਿਤ ਭਾਵ ਮੌਤ ਤੋਂ ਮੁਕਤੀ ਦੇਣ ਵਾਲਾ ਪਾਣੀ, ਭਾਵ ਆਤਮਕ ਮੌਤ। ਆਤਮਕ ਮੌਤ ਜਿਹਨੂੰ ਅਸੀਂ ਹਰ ਵੇਲੇ ਸਾਡਾ ਸਾਹਮਣਾ ਹੁੰਦਾ, ਜਿਹਦੇ ਨਾਲ ਹਰ ਵੇਲੇ, ਉਸ ਆਤਮਿਕ ਮੌਤ ਨੂੰ ਖਤਮ ਕਰਨ ਵਾਲਾ, ਭਾਵ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਮੂੰਹ ਵਿੱਚ ਪਾ ਦਿੱਤਾ ਉਸ ਪ੍ਰਭੂ ਨੇ, ਜਿਸ ਦੇ ਨਾਲ ਮੇਰੀ ਹਿਰਦੇ ਰੂਪੀ ਸੇਜ ਹੁਣ ਸੁਖਾਲੀ ਹੋ ਗਈ। ਨਾਮ ਦੀ ਪ੍ਰਾਪਤੀ ਨਾਲ ਮੇਰੇ ਹਿਰਦੇ ਰੂਪੀ ਸੇਜ ਸੁਖਾਲੀ ਹੋ ਗਈ। ਮੇਰੇ ਪਿਤਾ ਨੇ ਮੇਰੀ ਮਦਦਗਾਰ, ਮੇਰਾ ਪਿਤਾ ਹੈ, ਉਹਨੇ ਦਿਲਾਸਾ ਦਿੱਤਾ ਸੀ, ਤੇ ਦਿਲਾਸਾ ਦੇ ਕੇ ਉਹਨੇ ਕੀ ਕੀਤਾ? ਮੈਨੂੰ ਅੰਮ੍ਰਿਤ ਰੂਪੀ ਨਾਮ ਦੇ ਦਿੱਤਾ, ਤੇ ਉਹਦੇ ਨਾਲ ਮੇਰੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਗਿਆ। ਮੇਰੇ ਹਿਰਦੇ ਦੇ ਵਿੱਚ ਸ਼ਾਂਤੀ, ਸੁੱਖ ਪੈਦਾ ਹੋ ਗਿਆ। ਇਹ ਜਿਵੇਂ ਅਸੀਂ ਪਾਣੀ ਪਾਉਂਦੇ ਹਾਂ ਕਿਸੇ ਦੇ ਮੂੰਹ 'ਚ, ਤੇ ਕੁਝ ਦੇਰ ਲਈ ਉਹਨੂੰ ਜੀਵਨ ਤਾਂ ਮਿਲ ਜਾਂਦਾ ਹੈ, ਪਰ ਇਹ ਜਿਹੜਾ ਮੇਰੇ ਜੀਵਨ ਦੇ ਵਿੱਚ ਅੰਮ੍ਰਿਤ, ਮੇਰੇ ਮੁਖ ਦੇ ਵਿੱਚ ਅੰਮ੍ਰਿਤ ਅਕਾਲ ਪੁਰਖ ਨੇ, ਵਾਹਿਗੁਰੂ ਨੇ ਮੇਰੇ ਬਖਸ਼ ਦਿੱਤਾ ਹੈ, ਇਹ ਕੋਈ ਥੋੜ੍ਹਾ ਚਿਰਾ ਇਲਾਜ ਨਹੀਂ ਹੈ। ਇਹ ਅੰਮ੍ਰਿਤ ਸਦੀਵੀ ਤੌਰ ਦੇ ਉੱਤੇ ਆਤਮਿਕ ਮੌਤ ਤੋਂ ਮੈਨੂੰ ਬਚਾਉਣ ਵਾਲਾ ਅੰਮ੍ਰਿਤ ਹੈ। ਹੁਣ ਆਤਮਿਕ ਮੌਤ ਮੇਰੇ ਨੇੜੇ ਨਹੀਂ ਟੁੱਕ ਸਕਦੀ। ਇਹ ਜੀਵਨ ਦੇਣ ਵਾਲਾ ਜਲ ਹੈ, ਸਦੀਵੀ ਜੀਵਨ ਦੇਣ ਵਾਲਾ ਜਲ। ਤੇ ਮੇਰੇ ਮਨ ਵਿੱਚੋਂ ਹੁਣ ਡਰ ਮੁੱਕ ਗਿਆ ਸਦੀਵੀ ਤੌਰ ਤੇ ਕਿ ਮੇਰੀ ਆਤਮਿਕ ਮੌਤ ਹੋਏਗੀ। ਜਿਨਨੇ ਮੈਨੂੰ ਇੰਨਾ ਆਨੰਦ ਦੇ ਦਿੱਤਾ, ਜਿਨਨੇ ਮੈਨੂੰ ਇੰਨਾ ਸਹਾਰਾ ਦੇ ਦਿੱਤਾ, ਮੇਰੇ ਪਿੱਠ ਉੱਤੇ ਹੱਥ ਰੱਖਿਆ, ਮੈਨੂੰ ਹੌਸਲਾ ਦਿੱਤਾ, ਸਹਾਰਾ ਦਿੱਤਾ, ਤੇ ਮੈਨੂੰ ਦਾਤ ਵੀ ਦਿੱਤੀ, ਤੇ ਸਵਾਪ ਕੋ ਕਿਉਂ ਮਨੋ ਵਿਸਾਰੇ। ਅਜਿਹੇ ਪਿਤਾ ਨੂੰ ਉਹਨੇ ਪ੍ਰਸ਼ਨ ਰੂਪ ਕਰ ਰਹੇ ਹਨ ਕਿ ਕਿਉਂ ਮਨੋ ਵਿਸਾਰੀ, ਮੈਂ ਮਨੋ ਕਿਉਂ ਵਿਸਾਰਾਂ? ਭਾਵ ਮੈਂ ਉਹਨੂੰ ਕਦੇ ਨਹੀਂ ਵਿਸਾਰਾਂ। ਮੈਂ ਸਦਾ ਉਹਦੇ ਯਾਦ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਰਵਾਂਗਾ। ਅਜਿਹੇ ਪਿਤਾ ਨੂੰ ਮੈਂ ਕਿਵੇਂ ਵਿਸਾਰ ਸਕਦਾ ਹਾਂ, ਜਿਸ ਨੇ ਮੈਨੂੰ ਏਡਾ ਵੱਡਾ ਸਹਾਰਾ ਦਿੱਤਾ, ਏਡਾ ਵੱਡਾ ਦਾਨ ਦਿੱਤਾ, ਏਡੀ ਵੱਡਾ ਸੁੱਖ ਦੇ ਦਿੱਤਾ ਮੇਰੇ ਹਿਰਦੇ ਦੇ ਵਿੱਚ। ਮੈਂ ਅਜਿਹੇ ਪਿਤਾ ਨੂੰ
ਆਪਣੇ ਪ੍ਰੇਮ ਕਰਨਾ ਕਿਵੇਂ ਛੱਡ ਸਕਦਾ? ਵਿਸਾਰਨਾ ਜਿਹੜਾ ਹੈ ਇਹਦਾ ਸੰਬੰਧ ਮਨ ਨਾਲ ਹੈ। ਜਦੋਂ ਅਸੀਂ ਕਿਸੇ ਨੂੰ ਭੁੱਲਦੇ ਹਾਂ ਤੇ ਮਨ ਨਾਲ ਮਨੋਂ ਭੁੱਲਦੇ ਹਾਂ। ਇਸ ਕਰਕੇ ਉਹਨਾਂ ਨੇ ਕਿਹਾ ਮੈਂ ਮਨੋਂ ਵਿਸਾਰੀ, ਮੈਂ ਮਨ ਵਿੱਚੋਂ ਉਹਨੂੰ ਕਿਵੇਂ ਕੱਢ ਸਕਦਾ? ਉਹ ਸਦਾ ਮੇਰੇ ਮਨ ਦੇ ਵਿੱਚ ਮੈਂ ਉਹਨੂੰ ਰੱਖਾਂਗਾ, ਸਦਾ ਉਹਨੂੰ ਆਪਣੇ ਚਿੱਤ ਵਿੱਚ, ਚੇਤੇ ਵਿੱਚ, ਯਾਦ ਵਿੱਚ ਮੈਂ ਹਮੇਸ਼ਾ ਉਹਨੂੰ ਆਪਣੇ ਮਨ ਦੇ ਵਿੱਚ ਰੱਖਾਂਗਾ। ਮੈਂ ਅਜਿਹੇ ਪਿਤਾ ਨੂੰ ਕਿਵੇਂ ਵਿਸਾਰ ਦਿਆਂ? ਕਿਉਂਕਿ ਮੇਰੇ ਜੀਵਨ ਨੂੰ ਮੇਰੇ ਪਿਤਾ ਨੇ ਮੈਨੂੰ ਸੁਖਦਾਈ ਬਣਾ ਦਿੱਤਾ, ਸੇਜ ਸੁਖਾਲੀ ਕਰ ਦਿੱਤੀ, ਮੇਰਾ ਹਿਰਦਾ ਸੁਖਾਲਾ ਕਰ ਦਿੱਤਾ। ਤੇ ਸਿਰਫ ਮੈਨੂੰ ਇਸ ਜੀਵਨ ਦਾ ਆਨੰਦ ਹੀ ਨਹੀਂ ਦਿੱਤਾ, ਆਤਮਕ ਮੌਤ ਤੋਂ ਬਚਾਇਆ ਹੀ ਨਹੀਂ, ਆਗਿਆ ਗਿਆ ਨਾ ਬਾਜ਼ੀ ਹਾਰੀ। ਹੁਣ ਆਗਿਆ ਦੇ ਅਰਥ ਅਸੀਂ ਕਰਦੇ ਹਾਂ ਪਰਲੋਕ ਵਿੱਚ, ਭਾਵ ਇਸ ਲੋਕ ਦੇ ਜੀਵਨ ਤੋਂ ਬਾਅਦ ਜੋ ਅਵਸਥਾ ਆਣੀ ਹੈ ਉਹਨੂੰ ਪਰਲੋਕ ਕਹਿ ਦਿੱਤਾ ਗਿਆ। ਆਗਿਆ ਗਿਆ ਨਾ ਬਾਜ਼ੀ ਹਾਰੀ। ਜਿਵੇਂ ਮੈਂ ਹੁਣ ਇੱਥੇ ਆਨੰਦ ਵਿੱਚ ਆ ਗਿਆ ਹਾਂ, ਇੱਥੇ ਸੁਖਾਲਾ ਹੋ ਗਿਆ ਹਾਂ, ਉਵੇਂ ਹੀ ਮੈਂ ਅੱਗੇ ਚੱਲ ਕੇ ਵੀ ਸੁਖਾਲਾ ਹੀ ਰਵਾਂਗਾ। ਜਦੋਂ ਮੇਰੀ ਜੀਵਨ ਦੀ ਖੇਡ ਮੁੱਕੇਗੀ ਮੈਂ ਉਦੋਂ ਵੀ ਸੁਖਾਲਾ ਹੀ ਰਵਾਂਗਾ। ਤੇ ਮੈਂ ਇਹ ਜਿਹੜੀ ਮਨੁੱਖਾ ਜਨਮ ਦੀ ਖੇਡ ਦੇ ਵਿੱਚ ਮੈਨੂੰ ਅਕਾਲ ਪੁਰਖ ਨੇ ਭੇਜਿਆ, ਜਿਹੜੀ ਬਾਜ਼ੀ ਖੇਡਣ ਲਈ ਖੇਡਿਆ, ਮੈਂ ਇੱਥੋਂ ਹਾਰ ਕੇ ਨਹੀਂ ਜਾਵਾਂਗਾ, ਮੈਂ ਜਿੱਤ ਕੇ ਜਾਵਾਂਗਾ। ਮੇਰੇ ਪਿਤਾ ਨੇ ਮੇਰੇ ਅਜਿਹਾ ਜੀਵਨ ਦਾਨ ਦੇਣ ਵਾਲਾ ਅੰਮ੍ਰਿਤ ਮੇਰੇ ਮੁਖ ਵਿੱਚ ਪਾ ਦਿੱਤਾ ਹੈ। ਫਿਰ ਸਿਰਫ ਮੈਨੂੰ ਆਤਮਿਕ ਜੀਵਨ ਹੀ ਨਹੀਂ ਮਿਲਿਆ, ਫਿਰ ਸਿਰਫ ਮੇਰਾ ਆਤਮਿਕ ਮੌਤ ਦਾ ਡਰ ਹੀ ਨਹੀਂ ਮੁੱਕਿਆ ਕਿ ਮੈਂ ਖੁੱਲ ਕੇ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਮੈਨੂੰ ਸਿਰਫ ਹਿਰਦੇ ਵਿੱਚ ਸਿਰਫ ਆਨੰਦ ਦੀ ਪ੍ਰਾਪਤੀ ਹੀ ਨਹੀਂ ਹੋਈ, ਬਲਕਿ ਮੈਂ ਇਹਦੀ ਬਰਕਤ ਨਾਲ ਮੇਰਾ ਪੂਰੇ ਦਾ ਪੂਰਾ ਜੀਵਨ ਹੀ ਸਫਲ ਹੋ ਗਿਆ। ਆਗਿਆ ਗਿਆ ਨਾ ਬਾਜ਼ੀ ਹਾਰੀ। ਜਿਵੇਂ ਬਾਣੀ ਦੇ ਵਿੱਚ ਬੜੀ ਥਾਂ ਦੇ ਉੱਤੇ ਇਸ ਕਿਸਮ ਦੀਆਂ ਪੰਕਤੀਆਂ ਆਉਂਦੀਆਂ ਹਨ ਕਿ ਆਗਿਆ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਇਹਾਂ ਉਹਾਂ ਦੀ ਗੱਲ ਬਾਰ-ਬਾਰ ਕੀਤੀ ਗਈ ਹੈ। ਉਹੀ ਗੱਲ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਉਹ ਜਿਹੜੀ ਅਵਸਥਾ ਦੀ ਵਿਆਖਿਆ ਕਰ ਰਹੇ ਹਨ ਕਿ ਮੁਈ ਮੇਰੀ ਮਾਈ ਹੋਂ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲਗੈ ਨਾ ਪਾਲਾ। ਮੇਰੀ ਇਹ ਅਵਸਥਾ ਆਈ ਕਿਉਂਕਿ ਮੈਨੂੰ ਉਹ ਅੰਮ੍ਰਿਤ ਨਾਮ ਪ੍ਰਾਪਤ ਹੋ ਗਿਆ ਤੇ ਮੇਰਾ ਇਹ ਜੀਵਨ ਹੀ ਨਹੀਂ ਸੁਖਾਲਾ ਹੋਇਆ, ਮੇਰਾ ਇਹ ਜੀਵਨ ਦੀ ਬਾਜ਼ੀ ਜਿੱਤੀ ਵੀ ਗਈ। ਤੇ ਫਿਰ ਇਸ ਆਨੰਦ ਦੀ ਅਵਸਥਾ ਵਿੱਚ ਪਹੁੰਚ ਗਏ ਕਿ ਮੋਈ ਮੇਰੀ ਮਾਈ ਹੋਂ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲਗੈ ਨਾ ਪਾਲਾ। ਹੁਣ ਅੱਗੇ ਕਬੀਰ ਜੀ ਫਰਮਾ ਰਹੇ ਹਨ ਅਗਲੇ ਬੰਦ ਦੇ ਵਿੱਚ ਕਿ ਬਲ ਤਿਸ ਬਾਪੈ ਜਿਨ ਹੋ ਜਾਇਆ। ਹੁਣ ਇਹਦੇ ਅੱਗੇ ਇੱਕ ਸਵਾਲ ਸਾਡੇ ਪੈਦਾ ਹੋ ਗਿਆ ਜਦੋਂ ਕਬੀਰ ਜੀ ਨੇ ਸਾਨੂੰ ਦੱਸਿਆ ਕਿ ਮੇਰੇ ਮਨ ਦੀ ਅਵਸਥਾ ਕੀ ਬਣੀ ਤੇ ਕਿਵੇਂ ਬਣੀ। ਤਾਂ ਫਿਰ ਸਵਾਲ ਪੈਦਾ ਹੋ ਗਿਆ ਕਿ ਇਹ ਅਵਸਥਾ ਪ੍ਰਾਪਤ ਕਿਵੇਂ ਹੋਈ। ਤੇ ਹੁਣ ਉਸ ਤੋਂ ਅੱਗੇ ਸਵਾਲ ਪੈਦਾ ਹੋ ਗਿਆ ਕਿ ਇਹ ਜਿਹੜੀ ਤਬਦੀਲੀ ਹੈ ਇਹ ਆਈ ਕਿਵੇਂ ਮੇਰੇ ਜੀਵਨ ਦੇ ਵਿੱਚ। ਬਲ ਤਿਸ ਬਾਪੈ ਜਿਨ ਹੋ ਜਾਇਆ। ਬਲ ਦਾ ਭਾਵ ਹੈ ਕੁਰਬਾਨ ਹੋਣਾ। ਉਸ ਬਾਪੈ, ਉਸ ਪਿਤਾ ਪ੍ਰਭੂ ਦੇ, ਉਸ ਤੋਂ ਮੈਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਜਿਨ ਹੋ ਜਾਇਆ, ਜਿਸ ਨੇ ਮੈਨੂੰ ਜਨਮ ਦਿੱਤਾ, ਜਿਸ ਪਿਓ ਨੇ ਮੈਨੂੰ ਜਨਮ ਦਿੱਤਾ ਹੈ। ਹੁਣ ਇੱਥੇ ਸਰੀਰਕ ਜਨਮ ਦੀ ਗੱਲ ਨਹੀਂ ਹੋ ਰਹੀ, ਇੱਥੇ ਜਿਵੇਂ ਅੱਗੇ ਆਤਮਿਕ ਮੌਤ ਦੀ ਗੱਲ ਹੋ ਰਹੀ ਸੀ, ਹੁਣ ਆਤਮਿਕ ਜੀਵਨ ਦੀ ਗੱਲ ਹੋ ਰਹੀ ਹੈ। ਇਹ ਮੇਰਾ ਆਤਮਿਕ ਜਨਮ, ਆਤਮਿਕ ਜੀਵਨ ਵਾਲਾ ਮੈਨੂੰ ਨਵਾਂ ਜਨਮ ਦੇ ਦਿੱਤਾ। ਇਹ ਮਨੁੱਖਾ ਦੇਹੀ ਦੀ ਗੱਲ ਨਹੀਂ ਹੋ ਰਹੀ, ਇਹ ਉਸ ਅਵਸਥਾ ਦੀ ਗੱਲ ਹੋ ਰਹੀ ਹੈ ਕਿ ਕਿਹੜਾ ਜਨਮ ਹੋਇਆ। ਇਹਦੀ ਅੱਗੇ ਕਬੀਰ ਜੀ ਵਿਆਖਿਆ ਕਰਦੇ ਹਨ, ਪਰ ਇੱਥੇ ਆਤਮਿਕ ਜਨਮ ਦੀ ਗੱਲ ਹੋ ਰਹੀ ਹੈ ਕਿ ਭਾਵ ਕਿ ਮੇਰਾ ਜੀਵਨ ਹੁਣ ਪਲਟ ਗਿਆ ਹੈ। ਮੈਂ ਉਸ ਬਾਪ ਦੇ, ਉਸ ਪਿਤਾ ਦੇ, ਪ੍ਰਭੂ ਪਿਤਾ ਦੇ ਬਲਿਹਾਰ ਜਾਂਦਾ ਹਾਂ ਜਿਸ ਨੇ ਮੈਨੂੰ ਇਹ ਨਵਾਂ ਜਨਮ ਦਿੱਤਾ ਹੈ। ਹੁਣ ਇਹ ਸਪਸ਼ਟ ਹੋ ਗਿਆ ਅਗਲੀ ਪੰਕਤੀ ਤੋਂ ਕਿ ਜੀਵਨ ਸਰੀਰਕ ਜੀਵਨ ਦੀ ਗੱਲ ਨਹੀਂ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਭਾਵ ਜੀਵਨ ਦੇ ਵਿੱਚ ਤਬਦੀਲੀ ਆਉਣ ਦੀ ਗੱਲ ਹੈ ਕਿ ਉਸ ਪ੍ਰਭੂ ਨੇ ਉਹਨਾਂ ਪੰਜਾਂ ਕਾਮਾਦਿਕ ਚੋਰਾਂ ਤੋਂ ਮੇਰਾ ਖਿਹੜਾ ਚੁਕਾ ਦਿੱਤਾ ਹੈ, ਛੁਡਾ ਦਿੱਤਾ ਹੈ।
ਮੇਰਾ ਸੰਗ ਚੁਕਾਇਆ। ਹੁਣ ਉਹ ਮੇਰਾ ਸੰਗ ਨਹੀਂ ਹਨ, ਮੇਰੇ ਸਾਥੀ ਨਹੀਂ ਹਨ। ਹੁਣ ਇਹ ਸਾਡੇ ਜੀਵਨ ਵਿੱਚ ਇੱਕ ਵੱਡੀ ਤਬਦੀਲੀ ਆ ਗਈ। ਜਦੋਂ ਸਾਡੇ ਜੀਵਨ ਵਿੱਚ 5 ਚੋਰਾਂ ਤੋਂ ਸਾਡਾ ਖਹਿੜਾ ਛੁੱਟ ਜਾਂਦਾ ਹੈ, ਤੇ ਇਹ ਤਬਦੀਲੀ ਏਡੀ ਵੱਡੀ ਹੁੰਦੀ ਹੈ ਕਿ ਇਹ ਜਿਵੇਂ ਨਵਾਂ ਜਨਮ ਹੋ ਗਿਆ ਹੋਵੇ। ਇਸੇ ਕਰਕੇ ਹੀ ਉਹਨਾਂ ਨੇ ਜਿਨ ਹੋਂ ਜਾਇਆ ਦੀ ਗੱਲ ਕੀਤੀ। ਔਰ ਇਸੇ ਕਰਕੇ ਹੀ ਉਹ ਉਸ ਪ੍ਰਭੂ ਪਿਤਾ ਤੋਂ ਕੁਰਬਾਨ ਜਾਣ ਦੀ ਗੱਲ ਕਰ ਰਹੇ ਹਨ। ਇਸੇ ਕਰਕੇ ਹੀ ਉਹਨਾਂ ਨੇ ਅੰਮ੍ਰਿਤ ਦੀ ਗੱਲ ਕੀਤੀ ਹੈ, ਤੇ ਇਸੇ ਕਰਕੇ ਹੀ ਉਹਨਾਂ ਨੇ ਕਿਹਾ ਕਿ ਮੇਰੇ ਹਿਰਦੇ ਦੇ ਵਿੱਚ ਵੀ ਸ਼ਾਂਤੀ ਆ ਗਈ ਹੈ, ਕਿਉਂਕਿ ਹੁਣ 5 ਦੂਤ ਜੋ ਹਿਰਦੇ ਦੇ ਵਿੱਚ ਟਿਕੇ ਬੈਠੇ ਸਨ, ਜਿਹੜੇ ਮੈਨੂੰ ਕੋਈ ਚੰਗਾ ਕੰਮ ਕਰਨ ਦੀ ਆਜ਼ਾਦੀ ਹੀ ਨਹੀਂ ਸਨ ਦਿੰਦੇ, ਉਹ ਮੇਰੇ ਤੋਂ ਮਾੜੇ ਕੰਮ ਹੀ ਕਰਾਈ ਜਾਂਦੇ ਸਨ। ਹੁਣ ਮੇਰਾ ਉਹਨਾਂ ਤੋਂ ਖਹਿੜਾ ਛੁੱਟ ਗਿਆ ਤੇ ਮੇਰੇ ਜੀਵਨ ਦੇ ਵਿੱਚ ਪਲਟਾ ਆ ਗਿਆ। ਇਹ ਹੈ ਨਵਾਂ ਜਨਮ, ਜਿਹੜਾ ਕਿ ਉਸ ਪ੍ਰਭੂ ਦੀ ਸ਼ਰਨ ਪੈਣ ਨਾਲ, ਪ੍ਰਭੂ ਦੇ ਮਿਲਾਪ ਨਾਲ ਪ੍ਰਾਪਤ ਹੁੰਦਾ ਹੈ। ਹੁਣ ਉਹ 5 ਮਹਾਬਲੀ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਜਗਤ ਤਰ੍ਹਾਂ ਤਰ੍ਹਾਂ ਦੇ ਯਤਨ ਕਰਦਾ ਫਿਰਦਾ ਹੈ, ਪਰ ਉਹਨੂੰ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਹੁਣ ਉਸ ਪ੍ਰਭੂ ਦੇ ਨਾਲ ਜੁੜਨ ਕਰਕੇ ਪੰਚਾਂ ਤੇ ਮੇਰਾ ਸੰਗ ਚੁਕਾਇਆ, ਮੇਰਾ ਖਹਿੜਾ ਛੁਡਾ ਦਿੱਤਾ। ਤੇ ਸਿਰਫ ਖਹਿੜਾ ਨਹੀਂ ਛੁਡਾਇਆ, ਪੰਚ ਮਾਰ ਪਾਵਾਂ ਤਲ ਦੀਨੇ। ਹੁਣ ਮੈਂ 5 ਮਾਰ ਕੇ ਭਾਵ ਕਾਬੂ ਦੇ ਵਿੱਚ ਕਰਕੇ ਪਾਵਾਂ ਤਲ ਦੀਨੇ, ਆਪਣੇ ਪੈਰਾਂ ਹੇਠ ਨੱਪ ਲਏ ਹਨ। ਉਸ ਅੰਮ੍ਰਿਤ ਨਾਮ ਦੀ ਬਦੌਲਤ ਮੈਂ ਇਹਨਾਂ 5 ਦੂਤਾਂ ਨੂੰ ਆਪਣੇ ਪੈਰਾਂ ਹੇਠ ਲੈ ਲਿਆ, ਮੈਂ ਇਹਨਾਂ ਨੂੰ ਕਾਬੂ ਕਰ ਲਿਆ ਹੈ। ਹੁਣ ਮੈਂ ਇਹਨਾਂ ਨੂੰ ਆਪਣੇ ਹੁਕਮ ਹੇਠ ਕਰ ਲਿਆ ਹੈ, ਇਹਨਾਂ ਨੂੰ ਫਤਿਹ ਕਰ ਲਿਆ, ਮੇਰੇ ਅਧੀਨ ਹਨ, ਇਹ ਮੇਰੇ ਦਾਸ ਬਣ ਗਏ ਹਨ। ਹੁਣ ਇਹ ਮੇਰੇ ਕੁਝ ਨਹੀਂ ਵਿਗਾੜ ਸਕਦੇ, ਇਹ ਤਾਂ ਮੇਰੇ ਹੁਕਮ ਵਿੱਚ ਆ ਗਏ ਹਨ। ਹੁਣ ਮੇਰੇ ਆਤਮਿਕ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦੇ। ਹੁਣ ਮੈਂ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਤਮਿਕ ਜੀਵਨ ਦੇ ਜਿਹੜਾ ਆਪਣਾ ਅੰਮ੍ਰਿਤ ਰੂਪੀ ਨਾਮ ਹੈ, ਜਿਹੜਾ ਮੈਨੂੰ ਅਕਾਲ ਪੁਰਖ ਨੇ ਬਖਸ਼ਿਆ, ਮੈਂ ਉਹਦੇ ਵਿੱਚ, ਉਹਦੀ ਯਾਦ ਦੇ ਵਿੱਚ, ਉਹਦੇ ਚਿੱਤ ਦੇ ਵਿੱਚ, ਉਹਦੇ ਚੇਤਾ ਬਸਾ ਕੇ ਉਹਦੀ ਯਾਦ ਦੇ ਵਿੱਚ ਮੈਂ ਵਸ ਸਕਦਾ ਹਾਂ। ਇਹ ਹੁਣ ਮੇਰੇ ਰਸਤੇ 'ਚ ਰੁਕਾਵਟ ਨਹੀਂ ਬਣ ਸਕਦੇ। ਹੁਣ ਮੇਰੇ ਰਸਤੇ 'ਚ ਰੁਕਾਵਟ ਨਹੀਂ ਹਨ। ਤੇ ਹੁਣ ਮੇਰੀ ਅਵਸਥਾ ਕੀ ਬਣੀ ਕਿ ਹਰ ਸਿਮਰਨ ਮੇਰਾ ਮਨ ਤਨ ਪੀਨੇ। ਹੁਣ ਮੈਂ ਕਾਬੂ ਕਰਕੇ ਪੈਰ ਥੱਲੇ ਨੱਪ ਲਏ ਹਨ, ਤੇ ਹੁਣ ਉਸ ਪ੍ਰਭੂ ਦੇ ਹਰੀ ਦੇ ਸਿਮਰਨ ਦੇ ਵਿੱਚ, ਉਹਦੀ ਯਾਦ ਦੇ ਵਿੱਚ ਮੇਰਾ ਤਨ ਤੇ ਮੇਰਾ ਮਨ ਭਿੱਜ ਗਿਆ। ਹੁਣ ਪ੍ਰਭੂ ਦੇ ਸਿਮਰਨ ਦੇ ਵਿੱਚ ਮੈਂ ਮਸਤ ਹੋ ਗਿਆ। ਹੁਣ ਇਹ 5 ਦੂਤ ਅਧੀਨ ਕਰ ਲਏ, ਤੇ ਕਬੀਰ ਜੀ ਨੇ ਸ਼ਬਦ ਵਰਤਿਆ, ਮਨ ਤਨ, ਮੇਰਾ ਮਨ ਵੀ ਤੇ ਮੇਰਾ ਤਨ ਵੀ ਹੁਣ ਪ੍ਰਭੂ ਦੀ ਯਾਦ ਦੇ ਵਿੱਚ ਭਿੱਜ ਗਿਆ। ਭਾਵ ਮੈਂ ਅੰਦਰ ਬਾਹਰ ਮੇਰੇ ਨਾਮ ਵਸ ਗਿਆ। ਹੁਣ ਮਨ ਤਨ ਦਾ ਮਤਲਬ ਕੀ ਹੈ ਕਿ ਜਦੋਂ ਮੇਰੇ ਜੀਵਨ ਦੇ ਵਿੱਚ ਐਡੀ ਵੱਡੀ, ਜਿਵੇਂ ਅੱਗੇ ਕਬੀਰ ਜੀ ਨੇ ਗੱਲ ਕੀਤੀ ਹੈ ਕਿ ਮੇਰਾ ਨਵਾਂ ਜਨਮ ਹੋ ਗਿਆ, ਤਬਦੀਲੀ ਆ ਗਈ ਹੈ, ਬੜੀ ਭਾਰੀ ਮੇਰੇ ਜੀਵਨ ਦੇ ਵਿੱਚ ਤਬਦੀਲੀ ਆ ਗਈ ਹੈ। ਉਹ ਤਬਦੀਲੀ ਇਹ ਆਈ ਕਿ ਉਹ ਹਰੀ ਦੀ ਯਾਦ ਦੇ ਵਿੱਚ ਮੇਰਾ ਮਨ ਤੇ ਤਨ ਭਿੱਜ ਗਿਆ ਹੈ, ਡੁੱਬ ਗਿਆ ਹੈ। ਹੁਣ ਮੇਰੇ ਜੀਵਨ ਦਾ ਕੋਈ ਵੀ ਐਸਾ ਪੱਖ ਨਹੀਂ ਜਿਹਦੇ ਵਿੱਚ ਪ੍ਰਭੂ ਦੇ ਪਿਆਰ ਦੀ ਖੁਸ਼ਬੂ ਨਾ, ਚਾਹੇ ਉਹ ਮੇਰਾ ਪਰਿਵਾਰਕ ਪੱਖ ਹੈ, ਸਮਾਜਿਕ ਪੱਖ ਹੈ, ਕੋਈ ਵੀ ਪੱਖ ਹੈ। ਜਿਵੇਂ ਆਪਣੇ ਪ੍ਰੋਫੈਸ਼ਨ ਦੇ ਵਿੱਚ, ਦਫ਼ਤਰ ਦੇ ਵਿੱਚ ਵੀ ਬੈਠਾ ਕੰਮ ਕਰ ਰਿਹਾ, ਤੇ ਮੇਰੇ ਕੰਮ ਦੇ ਵਿੱਚੋਂ ਹੁਣ ਪ੍ਰਭੂ ਦੇ ਪਿਆਰ ਦੀ ਖੁਸ਼ਬੂ ਆ ਰਹੀ। ਮੇਰੇ ਮੂੰਹੋਂ ਕੋਈ ਬੋਲ ਨਿਕਲਦਾ ਹੈ ਤੇ ਉਹਦੇ ਵਿੱਚ ਪ੍ਰਭੂ ਦਾ ਪਿਆਰ ਝਲਕਦਾ ਹੈ। ਹੁਣ ਸਾਰੇ ਸ਼ੁਭ ਗੁਣ ਜਿਹੜੇ ਅਸੀਂ ਪ੍ਰਭੂ ਦੇ ਗੁਣ ਕਹਿੰਦੇ ਹਾਂ, ਉਹ ਸਾਰੇ ਗੁਣ ਉਹਦੀ ਯਾਦ ਦੇ ਵਿੱਚ ਡੁੱਬਣ ਦੇ ਨਾਲ, ਉਹਦੇ ਨਾਲ ਪ੍ਰੇਮ ਕਰਨ ਦੇ ਨਾਲ ਮੇਰੇ ਜੀਵਨ ਦੇ ਵਰਤਾਰੇ ਦਾ ਹਿੱਸਾ ਬਣ ਗਏ ਹਨ। ਤੇ ਮੇਰਾ ਜੀਵਨ ਇੰਨਾ ਉੱਚਾ ਹੋ ਗਿਆ ਹੈ ਉਸ ਪ੍ਰਭੂ ਦੇ ਯਾਦ ਦੇ ਵਿੱਚ ਕਿ ਮੈਨੂੰ ਸਹਿਜ ਦਾ ਵੀ ਖਜ਼ਾਨਾ ਮਿਲ ਗਿਆ। ਹੁਣ ਨਾ ਸੁੱਖ, ਨਾ ਦੁੱਖ, ਨਾ ਗਰੀਬੀ, ਨਾ ਅਮੀਰੀ, ਨਾ ਨਿੰਦਾ, ਨਾ ਉਸਤਤ, ਮੈਨੂੰ ਕੁਝ ਵੀ ਨਹੀਂ ਪਾਉਂਦਾ। ਹੁਣ ਮੇਰਾ ਜੀਵਨ ਜਿਹੜਾ ਹੈਗਾ ਉਹ ਅਤ ਉੱਚਾ ਹੋ ਗਿਆ ਹੈ। ਇਸੇ ਕਰਕੇ ਕਬੀਰ ਜੀ ਨੇ ਸ਼ਬਦ ਵਰਤੇ ਹਨ ਕਿ ਹਰ ਸਿਮਰਨ ਮੇਰਾ ਮਨ ਤਨ ਭੀਨੇ। ਭਾਵ ਮੇਰੇ ਮਨ ਦੇ ਵਿਚਾਰ ਵੀ ਪ੍ਰਭੂ ਵਾਲੇ ਹੋ ਗਏ ਹਨ, ਤੇ ਮੇਰਾ ਤਨ ਕਰਮ ਵੀ ਉਹੀ ਕਰਦਾ ਹੈ ਜਿਹੜੇ ਪ੍ਰਭੂ ਦੇ ਭਗਤ ਦੇ ਯੋਗ ਹੋਣ,
ਮੈਂ ਉਹੀ ਕੰਮ ਕਰਦਾ, ਮੇਰੇ ਜੀਵਨ ਦਾ ਵਰਤਾਰਾ ਹੀ ਪੂਰਾ ਚੇਂਜ। ਹੁਣ ਕਬੀਰ ਜੀ ਕਹਿੰਦੇ ਹਨ ਕਿ ਜਦੋਂ ਮੇਰਾ ਜੀਵਨ ਇੰਨਾ ਚੰਗਾ ਤੇ ਪ੍ਰਭੂ ਦੇ ਵਿੱਚ ਰੰਗੇ ਜਾਣ ਨਾਲ ਮੇਰੇ ਜੀਵਨ ਦੇ ਵਿੱਚ ਇੰਨਾ ਬਦਲਾਅ ਆ ਗਿਆ, ਉਹਦੇ ਪ੍ਰੇਮ ਦੇ ਵਿੱਚ ਰੰਗੇ ਜਾਣ ਨਾਲ ਇੰਨਾ ਬਦਲਾਅ ਆ ਗਿਆ, ਮਾਨੋ ਮੇਰਾ ਨਵਾਂ ਜਨਮ ਹੀ ਹੋ ਗਿਆ ਹੈ, ਮੇਰਾ ਜੀਵਨ ਸੁਧਰ ਗਿਆ ਹੈ, ਚੰਗਾ ਬਣ ਗਿਆ ਹੈ। ਤਾਂ ਫਿਰ ਇਹਦੇ ਨਾਲ ਸਵਾਲ ਵੀ ਪੈਦਾ ਕਰਨਗੇ, ਲੋਕੀ ਵੀ ਹੈਰਾਨ ਹੋਣਗੇ ਵੀ ਇਹ ਕਬੀਰ ਦਾ ਜੀਵਨ ਇਦਾਂ ਬਦਲ ਕਿਵੇਂ ਗਿਆ। ਤੇ ਕਬੀਰ ਜੀ ਅਗਲੀ 4 ਪੰਕਤੀਆਂ ਦੇ ਵਿੱਚ ਸਾਨੂੰ ਇਸ ਢੰਗ ਦੇ ਨਾਲ ਜਿਹੜੀ ਆਪਣੀ ਗੱਲ ਸਮਝਾ ਰਹੇ ਹਨ। ਉਹ ਕਹਿੰਦੇ ਹਨ ਕਿ ਪਿਤਾ ਹਮਾਰੋ ਵਡ ਗੋਸਾਈ, ਮੇਰਾ ਪਿਤਾ, ਮੇਰਾ ਪ੍ਰਭੂ ਪਿਤਾ। ਗੋਸਾਈ ਦਾ ਮਤਲਬ ਮਾਲਕ, ਜੋ ਇਸ ਸ੍ਰਿਸ਼ਟੀ ਦਾ, ਜਗਤ ਦਾ ਮਾਲਕ ਹੈ। ਮੇਰਾ ਪਿਤਾ ਬੜਾ ਵੱਡਾ ਮਾਲਕ। ਹੁਣ ਉਹ ਇਸ ਸ੍ਰਿਸ਼ਟੀ ਦਾ ਮਾਲਕ ਵੀ ਹੈ, ਪਾਲਣਹਾਰ ਵੀ ਹੈ, ਬਹੁਤ ਵੱਡਾ ਹੈ। ਉਹ ਮੇਰਾ ਪਿਤਾ ਹੈ। ਮੇਰਾ ਜੀਵਨ ਇੰਨਾ ਪਲਟ ਗਿਆ ਹੈ, ਮੈਂ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਕਰ ਲਈ ਹੈ, ਉਹਦੇ ਪ੍ਰੇਮ ਦੇ ਵਿੱਚ ਹਾਂ। ਤੇ ਹੁਣ ਮੇਰਾ ਉਸ ਵੱਡੇ ਮਾਲਕ ਨਾਲ ਇੱਕ ਰਿਸ਼ਤਾ ਬਣ ਗਿਆ ਹੈ। ਕਿਹੜਾ ਰਿਸ਼ਤਾ? ਪਿਤਾ ਦਾ ਰਿਸ਼ਤਾ। ਜਿਵੇਂ ਪੁੱਤਰ ਤੇ ਪਿਓ ਦਾ ਰਿਸ਼ਤਾ ਹੁੰਦਾ। ਹੁਣ ਕਬੀਰ ਜੀ ਕਹਿ ਰਹੇ ਉਹਨੂੰ ਮੇਰਾ ਪਿਤਾ ਹੈ। ਜਦੋਂ ਮੈਂ ਉਹਨੂੰ ਆਪਣਾ ਪਿਤਾ ਸਮਝਣਾ ਸ਼ੁਰੂ ਕਰ ਦਿੱਤਾ ਤੇ ਮੇਰਾ ਬਿਹੇਵੀਅਰ ਹੀ ਚੇਂਜ ਹੋ ਗਿਆ, ਮੇਰਾ ਜਗਤ ਦੇ ਵਿੱਚ ਵਰਤਾਰਾ ਹੀ ਚੇਂਜ ਹੋ ਗਿਆ। ਆਮ ਬੰਦੇ ਤੁਰੇ ਜਾਂਦੇ ਨੇ, ਕੋਈ ਪ੍ਰੈਜ਼ੀਡੈਂਟ, ਕੋਈ ਮਿਨਿਸਟਰ, ਕੋਈ ਪ੍ਰਾਈਮ ਮਿਨਿਸਟਰ ਹੀ ਉਹਦਾ ਵਾਕਫ ਹੋਵੇ, ਉਹਦੀ ਚਾਲ ਹੀ ਬਦਲ ਜਾਂਦੀ ਹੈ। ਉਸ ਸੜਕ ਤੇ ਤੁਰਦਾ ਹੁੰਦਾ ਤੇ ਬੰਦੇ ਨੂੰ ਪਤਾ ਲੱਗਦਾ ਵੀ ਕੋਈ ਜਾ ਰਿਹਾ। ਤੇ ਜਿਨੇ ਉਸ ਜਗਤ ਦੇ ਵੱਡੇ ਗੁਸਾਈ ਨੂੰ ਆਪਣਾ ਪਿਤਾ ਬਣਾ ਲਿਆ ਹੋਵੇ, ਉਹਦਾ ਵਰਤਾਰਾ ਤਾਂ ਬਦਲੇਗਾ ਹੀ। ਤੇ ਫਿਰ ਲੋਕ ਹੈਰਾਨ ਹੁੰਦੇ, ਪੁੱਛਦੇ ਹਨ, ਤਿਸ ਪਿਤਾ ਪੈ ਹਉ ਕਿਉਂ ਕਰ ਜਾਈ। ਪਿਤਾ ਪੈ ਮਤਲਬ ਉਹਦੇ ਨੇੜੇ, ਉਹਦੇ ਕੋਲ, ਉਹਦੇ ਤੱਕ ਹਾਂ ਕਿਉਂ ਕਰ ਜਾਈ, ਮੈਂ ਪਹੁੰਚਿਆ ਕਿੱਦਾਂ। ਲੋਕੀ ਮੈਨੂੰ ਪੁੱਛਦੇ ਨੇ, ਸਵਾਲ ਪੁੱਛਦੇ ਕਿ ਜੇ ਹੁਣ ਮੈਨੂੰ ਕੋਈ ਪੁੱਛੇ ਕਿ ਇਹ ਗਰੀਬ ਕੰਗਾਲ ਜੋ ਦੁਨਿਆਵੀ ਤੌਰ ਤੇ ਕੁਝ ਵੀ ਨਹੀਂ ਸੀ, ਕਬੀਰ, ਉਸ ਏਡੇ ਵੱਡੇ ਪਿਤਾ ਦੇ ਤੱਕ ਪਹੁੰਚ ਕਿਵੇਂ ਗਿਆ। ਇਹ ਜਗਤ ਦੇ ਵਿੱਚ ਵੀ ਉਤਸੁਕਤਾ ਪੈਦਾ ਹੋ ਰਹੀ ਹੈ ਵੀ ਇਹ ਚੇਂਜ ਕਿੱਦਾਂ ਆ ਗਈ। ਹੁਣ ਕਬੀਰ ਜੀ ਨੇ ਇਸ ਇੱਕ ਡਰਾਮੈਟਿਕ ਵੇ 'ਚ ਸਾਨੂੰ ਗੱਲ ਸਮਝਾ ਰਹੇ ਹਨ ਕਿ ਸਾਡੇ ਜੀਵਨ ਦੇ ਵਿੱਚ ਐਡੀ ਵੱਡੀ ਚੇਂਜ ਆ ਜਾਂਦੀ ਹੈ ਕਿ ਉਹ ਪੂਰੇ ਜਗਤ ਨੂੰ ਨਜ਼ਰ ਆਉਂਦੀ ਹੈ। ਮੈਂ ਪਹੁੰਚਿਆ ਕਿੱਦਾਂ, ਆਪ ਕਹਿ ਰਹੇ ਹਨ ਕਿ ਕਿਵੇਂ ਮੇਰਾ ਇੰਨਾ ਨੇੜੇ ਦਾ ਸੰਬੰਧ ਹੋ ਗਿਆ। ਹੁਣ ਇਹ ਹੈਰਾਨੀ ਤਾਂ ਸਾਰੇ ਜਗਤ ਨੂੰ ਹੋਣੀ ਕੁਦਰਤੀ ਹੈ ਕਿ ਜਿਨ੍ਹਾਂ ਨੇ ਉਹ ਮਾਂ, ਜਿਹਨੂੰ ਕਬੀਰ ਜੀ ਨੇ ਮਾਰ ਲਿਆ, ਮੋਈ ਮੇਰੀ ਮਾਈ, ਜਿਨ੍ਹਾਂ ਨੇ ਉਹਨੂੰ ਆਪਣੀ ਮਾਂ ਬਣਾਇਆ ਹੋਇਆ, ਉਹਦੇ ਪੁੱਤਰ ਬਣੇ ਹੋਏ ਨੇ, ਉਹ ਤਾਂ ਹੈਰਾਨ ਹੋਣਗੇ ਵੀ ਇਹ ਕਿੱਦਾਂ ਇੰਨਾ ਬਦਲ ਗਏ। ਜਿਨ੍ਹਾਂ ਨੇ ਉਹ ਪੰਚਾਂ ਦੂਤਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਏਗਾ, ਉਹਨਾਂ ਨੂੰ ਤਾਂ ਹੈਰਾਨੀ ਹੋਣੀ ਕੁਦਰਤੀ ਹੈ ਵੀ ਇਹਦੇ 'ਚ ਇੰਨੀ ਚੇਂਜ ਕਿੱਦਾਂ ਆ ਗਈ। ਵੀ ਅਸੀਂ ਜਿਨ੍ਹਾਂ ਨੇ ਉਹਨੂੰ ਮਾਇਆ ਦੇ ਪੁੱਤਰ ਬਣੇ ਨੇ, ਪੰਚਾਂ ਨੂੰ ਹਿਰਦੇ 'ਚ ਵਸਾਇਆ ਹੈ, ਤੇ ਸਾਰਾ ਜੀਵਨ ਧਰਮ, ਕਰਮ, ਪਾਠ, ਪੂਜਾ, ਸਭ ਤੀਰਥਾਂ ਤੇ ਵੀ ਜਾਣਾ, ਦਾਨ ਪੁੰਨ ਵੀ ਕਰਨੇ, ਹੋਰ ਵੀ ਅਨੇਕਾਂ ਕਰਮ ਕਰਦੇ ਪਏ ਹਨ ਆਪਣੇ ਜੀਵਨ ਨੂੰ ਧਾਰਮਿਕ ਤੌਰ ਦੇ ਉੱਤੇ ਪ੍ਰਫੁੱਲਤ ਕਰਨ ਲਈ। ਪਰ ਬਣਾਇਆ ਮਾਇਆ ਨੂੰ ਹੀ ਮਾਂ ਹੋਇਆ ਤੇ ਪੰਚਾਂ ਨੂੰ ਹੀ ਆਪਣੇ ਸਾਥੀ ਬਣਾਇਆ ਹੋਇਆ। ਤੇ ਫਿਰ ਉਹ ਇਹ ਕਹਿੰਦੇ ਹਨ, ਅਸੀਂ ਸੁਣਦੇ ਹੀ ਹਾਂ ਕਿ ਸਾਰੀ ਉਮਰ ਹੋ ਗਈ ਜੀ ਪਾਠ ਕਰਦੇ ਹਾਂ, ਸਾਡੇ ਜੀਵਨ 'ਚ ਕੋਈ ਤਬਦੀਲੀ ਤੇ ਆਈ ਕੋਈ, ਸਾਰੀ ਉਮਰ ਹੋ ਗਈ ਗੁਰਦੁਆਰੇ ਜਾਂਦੇ ਆ। ਉਹ ਜਿਹੇ ਲੋਕ ਹੈਰਾਨ ਹੁੰਦੇ ਨੇ ਵੀ ਮੈਂ ਤਾਂ ਸਾਰੀ ਉਮਰ ਇਹ ਲਾ ਦਿੱਤੀ ਤੇ ਇਹਦੇ 'ਚ ਕਿਵੇਂ ਚੇਂਜ ਆ ਗਈ। ਇਹ ਸਵਾਲ ਜਿਹੜੇ ਹਨ ਜਗਤ ਵਿੱਚ ਰਹਿੰਦੇ ਆ, ਕਬੀਰ ਜੀ ਕਹਿੰਦੇ ਹਨ ਇਹ ਪੈਦਾ ਹੁੰਦੇ ਹਨ। ਤੇ ਜੇ ਕੋਈ ਮੈਨੂੰ ਪੁੱਛੇ ਕਿ ਵੀ ਤੇਰੇ 'ਚ ਇੰਨੀ ਚੇਂਜ ਕਿਵੇਂ ਆ ਗਈ, ਤਾਂ ਮੇਰਾ ਜਵਾਬ ਕੀ ਹੋਏਗਾ। ਮੇਰਾ ਜਵਾਬ ਹੈ, ਸਤਿਗੁਰ ਮਿਲੇ ਤਾਂ ਮਾਰਗ ਦਿਖਲਾਇਆ। ਜਦੋਂ ਮੈਨੂੰ ਸਤਿਗੁਰੂ ਮਿਲ ਪਿਆ ਦਾ ਅਰਥ ਹੈ ਜਦੋਂ ਮੈਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਗਿਆ, ਉਹਦਾ ਉਪਦੇਸ਼ ਹਿਰਦੇ 'ਚ ਵਸਾ ਲਿਆ, ਉਹਦੇ ਉਪਦੇਸ਼ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ, ਤੇ ਮੈਨੂੰ ਪ੍ਰਭੂ ਪਿਤਾ ਤੱਕ ਪਹੁੰਚਣ ਦਾ ਮਾਰਗ ਨਜ਼ਰ ਆ ਗਿਆ। ਮੈਨੂੰ ਸਤਿਗੁਰੂ ਨੇ ਦਿਖਾ ਦਿੱਤਾ ਹੈ ਮਾਰਗ, ਇੱਧਰ ਜਾ ਤੇ ਇਸ ਰਸਤੇ ਦੇ ਤੁਰ, ਇਸ ਤਰੀਕੇ ਨਾਲ ਤੂੰ ਆਪਣਾ ਜੀਵਨ ਬਣਾ ਤੇ ਉਸ ਪ੍ਰਭੂ ਤੱਕ ਤੂੰ ਪਹੁੰਚ ਜਾਏਗਾ, ਆਪਣੇ ਜੀਵਨ ਦੀ ਮੰਜ਼ਿਲ ਤੱਕ ਪਹੁੰਚ ਜਾਏਗਾ। ਹੁਣ ਇਹ ਜਦੋਂ ਸਤਿਗੁਰੂ ਨੇ ਸਾਡੇ ਤੇ ਤਰਸ ਕੀਤਾ,
ਸਾਨੂੰ ਬਾਣੀ ਨਾਲ ਜੋੜਿਆ, ਆਪਣੇ ਉਪਦੇਸ਼ ਦੇ ਨਾਲ ਜੋੜਿਆ। ਫਿਰ ਸਾਡੀ ਅਵਸਥਾ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ, ਸਾਡੀ ਉਹ ਮਾਂ ਬਣਾਈ ਹੋਈ ਮਾਇਆ ਵੀ ਸਾਡੇ ਕਾਬੂ ਹੇਠ ਆ ਜਾਂਦੀ ਹੈ। ਉਹ ਪੰਚ ਜਿਹੜੇ ਸਾਡੇ ਰਸਤੇ ਦੀ ਰੁਕਾਵਟ ਬਣਾ ਰਹੇ ਹਨ, ਸਾਨੂੰ ਰੋਕ ਰਹੇ ਹਨ, ਉਹ ਵੀ ਸਾਡੇ ਵੱਸ ਵਿੱਚ ਆ ਜਾਂਦੇ ਹਨ ਤੇ ਅਸੀਂ ਉਸ ਪ੍ਰਭੂ ਦੇ ਨਾਮ ਦੇ ਨਾਲ ਪ੍ਰੇਮ ਵੀ ਕਰਨ ਲੱਗ ਜਾਂਦੇ ਹਾਂ। ਹਰ ਸਿਮਰਨ ਮੇਰਾ ਮਨ ਤਨ ਭੀਂਦਾ। ਹੁਣ ਇਹ ਹੁੰਦਾ ਉਦੋਂ ਹੀ ਹੈ ਜਦੋਂ ਸਤਿਗੁਰੂ ਆਪ ਤਰਸ ਕਰਕੇ, ਦਇਆ ਕਰਕੇ ਆਪਣਾ ਉਪਦੇਸ਼ ਆਪਣੇ ਸ਼ਬਦ ਦੇ ਨਾਲ, ਬਾਣੀ ਦੇ ਨਾਲ ਸਾਨੂੰ ਜੋੜ ਲਵੇ, ਉਂਗਲ ਫੜ ਕੇ ਸਾਨੂੰ ਪ੍ਰਭੂ ਤੱਕ ਪਹੁੰਚਣ ਦਾ, ਪ੍ਰਭੂ ਪਿਤਾ ਤੱਕ ਪਹੁੰਚਣ ਵਾਲਾ ਰਸਤਾ ਹੈ ਉਹਦੇ ਉੱਤੇ ਤੋਰ ਦੇਵੇ, ਸਾਨੂੰ ਤੁਰਨਾ ਸਿਖਾ ਦੇਵੇ, ਸਾਡੇ ਨਾਲ ਤੁਰੇ, ਸਾਨੂੰ ਦੱਸੇ ਕਿਵੇਂ ਉੱਥੇ ਤੱਕ ਪਹੁੰਚਣਾ ਹੈ। ਤੇ ਫਿਰ ਮੇਰੇ ਜੀਵਨ ਦੇ ਵਿੱਚ ਇਹ ਚੇਂਜ ਤਾਂ ਹੀ ਆ ਸਕਦੀ ਹੈ। ਕਬੀਰ ਜੀ ਕਹਿੰਦੇ ਹਨ ਕਿ ਇਹ ਸਾਰਾ ਕੁਝ ਉਦੋਂ ਹੀ ਹੋ ਸਕਦਾ ਹੈ ਜਦੋਂ ਸਤਿਗੁਰ ਮਿਲੇ ਤਾਂ ਮਾਰਗ ਦਿਖਲਾਇਆ, ਜਗਤ ਪਿਤਾ ਮੇਰਾ ਮਨ ਪਾਇਆ। ਤੇ ਫਿਰ ਹੁੰਦਾ ਕੀ ਹੈ ਕਿ ਜਗਤ ਪਿਤਾ, ਜਗਤ ਦਾ ਪਿਤਾ ਪ੍ਰਭੂ, ਜਿਹਨੂੰ ਹੁਣ ਮੈਂ ਆਪਣਾ ਪਿਓ ਬਣਾ ਲਿਆ ਹੈ, ਉਹ ਮੇਰੇ ਮਨ ਭਾਇਆ, ਮੇਰੇ ਮਨ ਨੂੰ ਪਿਆਰਾ ਲੱਗਣ ਲੱਗ ਗਿਆ। ਹੁਣ ਇਹ ਲਫ਼ਜ਼ ਵੀ ਅਸੀਂ ਬੜੀ ਵਾਰ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਮੈਨੂੰ ਹੁਣ ਪ੍ਰਭੂ ਪਿਆਰਾ ਲੱਗਦਾ ਹੈ, ਭਾ ਗਿਆ ਹੈ, ਚੰਗਾ ਲੱਗਦਾ ਹੈ। ਹੁਣ ਇਹਦੇ ਅਰਥ ਤਾਂ ਬੜੇ ਸਿੰਪਲ ਹਨ ਜੇ ਇੰਟੈਲੈਕਚੁਅਲ ਲੈਵਲ ਤੇ ਸੋਚੀਏ, ਪਰ ਜਦੋਂ ਕੋਈ ਭਾ ਜਾਂਦਾ ਹੈ ਸਾਨੂੰ, ਜਦੋਂ ਪ੍ਰਭੂ ਸਾਨੂੰ ਭਾ ਗਿਆ, ਪਿਆਰਾ ਲੱਗ ਗਿਆ, ਪ੍ਰੀਤ ਪੈ ਗਈ, ਸਾਨੂੰ ਪ੍ਰਭੂ ਦੇ ਨਾਲ ਪਿਆਰ ਲੱਗ ਗਿਆ, ਤਾਂ ਫਿਰ ਜਿਹਦੇ ਨਾਲ ਪਿਆਰ ਹੋਵੇ ਉਹ ਤਾਂ ਮਨ ਦੇ ਵਿੱਚੋਂ ਕਦੀ ਨਿਕਲਦਾ ਨਹੀਂ, ਉਹ ਚਿੱਤ ਚੇਤੇ ਵਿੱਚੋਂ ਕਦੀ ਵਿਸਰ ਹੀ ਨਹੀਂ ਸਕਦਾ। ਜੀਂਦਿਆਂ ਮਰਦਿਆਂ, ਉੱਠਦਿਆਂ ਬੈਠਦਿਆਂ, ਸੁੱਤਿਆਂ ਜਾਗਿਆਂ, ਉਹ ਕਦੇ ਵਿਸਰ ਹੀ ਨਹੀਂ ਸਕਦਾ। ਖਾਂਦਿਆਂ ਪੀਂਦਿਆਂ, ਫਿਰ ਤਾਂ ਦਿਲ ਦੇ ਵਿੱਚ ਹਰ ਵੇਲੇ ਉਹਦੀ ਥਰਾਹਟ ਹੀ ਹਰ ਵੇਲੇ, ਉਹਦਾ ਪ੍ਰੇਮ ਹੀ ਹਰ ਵੇਲੇ ਸਾਡੇ ਹਿਰਦੇ ਦੇ ਵਿੱਚ ਹੈ। ਉਹਦੇ ਤੋਂ ਵਿਛੜਿਆ ਜਾ ਹੀ ਨਹੀਂ ਸਕਦਾ ਜੇ ਸੱਚਮੁੱਚ ਹੀ ਮੇਰਾ ਮਨ ਪਾਇਆ। ਫਿਰ ਕੀ ਅਵਸਥਾ ਬਣ ਜਾਂਦੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਫਿਰ ਇਹ ਅਵਸਥਾ ਬਣ ਜਾਂਦੀ ਜਦੋਂ ਭਾ ਜਾਂਦਾ। ਹੁਣ ਕਬੀਰ ਜੀ ਉਸ ਅਵਸਥਾ ਦੀ ਗੱਲ ਕਰ ਰਹੇ ਹਨ ਜਦੋਂ ਉਹ ਪ੍ਰਭੂ ਮੇਰੇ ਮਨ ਨੂੰ ਭਾ ਗਿਆ, ਪਿਆਰਾ ਲੱਗ ਗਿਆ, ਤੇ ਫਿਰ ਅਵਸਥਾ ਬਣ ਗਈ ਅੱਠੇ ਪਹਿਰ ਇੱਕ ਤੇ ਲਿਵੈ, ਇੱਕ ਤਹਿ ਲਿਵੈ, ਵੀ ਅੱਠੇ ਪਹਿਰ ਬਸ ਫਿਰ ਉਹਦੀ ਯਾਦ ਹੀ ਜਿਹੜੀ ਆਪਣੀ ਲਿਵ ਉੱਥੇ ਹੀ ਜੁੜ ਜਾਂਦੀ ਹੈ। ਇਹ ਹੈ ਉਹ ਨਵਾਂ ਜਨਮ ਜਿਹਦੀ ਗੱਲ ਕਬੀਰ ਜੀ ਕਹਿ ਰਹੇ ਸਨ ਕਿ ਮੈਨੂੰ ਉਹਨੇ ਜਨਮ ਦੇ ਦਿੱਤਾ, ਨਵਾਂ ਜਨਮ ਦੇ ਦਿੱਤਾ, ਆਤਮਕ ਮੌਤ ਤੋਂ ਬਚਾ ਲਿਆ, ਮੈਨੂੰ ਇੱਕ ਨਵਾਂ ਆਤਮਕ ਜਨਮ ਦੇ ਦਿੱਤਾ। ਉਹ ਇਹੀ ਜਨਮ ਹੈ ਕਿ ਮੇਰਾ ਪਿਆਰ ਜਗਤ ਪਿਤਾ ਮੇਰਾ ਮਨ ਪਾਇਆ। ਇਸੇ ਅਵਸਥਾ ਦੀ ਹੀ ਅੱਗੇ ਕਬੀਰ ਜੀ ਉਹ ਵਿਆਖਿਆ ਕਰ ਲੈਂਦੇ ਹਾਂ ਕਿ ਜਿਹੜੀਆਂ ਦਿੱਕਤਾਂ ਸਾਡੇ ਜੀਵਨ ਦੇ ਵਿੱਚ ਆ ਜਾਂਦੀਆਂ ਹਨ, ਜਿਵੇਂ ਕਬੀਰ ਜੀ ਨੇ ਪਹਿਲਾਂ ਸ਼ਬਦਾਵਲੀ ਵਰਤੀ ਹੈ, ਮਾਇਆ ਨੂੰ ਆਪਣੀ ਮਾਂ ਬਣਾ ਲੈਣ ਦੇ ਨਾਲ, ਤੇ ਪੰਚਾਂ ਦੂਤਾਂ ਨੂੰ ਆਪਣੇ ਸਾਥੀ ਬਣਾ ਲੈਣ ਦੇ ਨਾਲ, ਜਦੋਂ ਉਹ ਸਭ ਕੁਝ ਛੁੱਟ ਗਿਆ, ਮੇਰੇ ਜੀਵਨ ਵਿੱਚ ਤਬਦੀਲੀ ਆ ਗਈ, ਤੇ ਸਿਰਫ ਲੋਕ ਹੀ ਨਹੀਂ ਹੈਰਾਨ ਹੋਏ। ਮੈਨੂੰ ਕੋਈ ਜੇ ਪੁੱਛਦਾ, ਜਿਵੇਂ ਕਬੀਰ ਜੀ ਨੇ ਉਦਾਹਰਨ ਦਿੱਤੀ ਹੈ ਕਿ ਤੂੰ ਕਿਉਂ ਕਰ ਜਾਈ, ਕਿਵੇਂ ਪਹੁੰਚ ਗਿਆ ਤੂੰ ਉਹਦੇ ਕੋਲ, ਸਿਰਫ ਇਹੀ ਗੱਲ ਨਹੀਂ ਹੈ ਕਿ ਲੋਕਾਂ ਨੂੰ ਹੀ ਇਹ ਹੈਰਾਨੀ ਹੁੰਦੀ ਹੈ। ਕਬੀਰ ਜੀ ਕਹਿੰਦੇ ਹਨ ਕਿ ਉਸ ਇਨਸਾਨ ਦੀ ਆਪਣੀ ਅਵਸਥਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ ਹੈ। ਅਜਿਹੇ ਵਿਅਕਤੀ ਦੀ ਸੋਚ ਹੀ ਬਦਲ ਜਾਂਦੀ ਹੈ, ਅਵਸਥਾ ਬਦਲ ਜਾਂਦੀ ਹੈ, ਸਾਈਕੋਲੋਜੀ ਹੀ ਬਦਲ ਜਾਂਦੀ ਹੈ। ਕਿਉਂਕਿ ਹੁਣ ਉਹਦਾ ਪ੍ਰਭੂ ਜੀ ਦੇ ਨਾਲ ਡਾਇਰੈਕਟ ਰਿਸ਼ਤਾ ਬਣ ਜਾਂਦਾ ਹੈ। ਹਾਂ ਪੂਤ ਤੇਰਾ ਤੂੰ ਬਾਪ ਮੇਰਾ। ਹੁਣ ਤੇ ਮੈਂ ਪ੍ਰਭੂ ਨੂੰ ਕਹਿਣਾ ਕਿ ਤੂੰ ਮੇਰਾ ਪਿਓ ਹੈ ਤੇ ਮੈਂ ਤੇਰਾ ਪੁੱਤਰ ਹਾਂ, ਮੇਰਾ ਤੇਰਾ ਇਹ ਰਿਸ਼ਤਾ ਹੈ। ਹੁਣ ਇਹ ਲਫ਼ਜ਼ ਤਾਂ ਬੜੇ ਸਿੰਪਲ ਹਨ, ਅਸੀਂ ਸਮਝਣੇ ਵੀ ਕੋਈ ਔਖੇ ਨਹੀਂ ਤੇ ਇਹਦੇ ਅਰਥ ਕਰਨੇ ਵੀ ਕੋਈ ਔਖੇ ਨਹੀਂ। ਪਰ ਜੇ ਇਹਦੇ ਪਿੱਛੇ ਦੀ ਅਸੀਂ ਇਮੋਸ਼ਨ ਤੇ ਜਾਈਏ ਕਿ ਜੇ ਕਬੀਰ ਜੀ ਪ੍ਰਭੂ ਨੂੰ ਕਹਿ ਰਹੇ ਹਨ ਕਿ ਮੈਂ ਤੇਰਾ ਪੁੱਤਰ ਹਾਂ, ਤੂੰ ਮੇਰਾ ਬਾਪ ਹੈ, ਇਹਦੇ ਪਿੱਛੇ ਕੀ ਇਮੋਸ਼ਨ?
ਘਰ ਦੇ ਵਿੱਚ ਇੱਕ ਛੋਟੇ ਬੱਚੇ ਦਾ ਦਾਦਾ ਬੱਚੇ ਨੂੰ ਕਹਿ ਦੇਵੇ ਉਹਦੇ ਪਿਓ ਤੇ ਹੱਥ ਰੱਖ ਕੇ ਵੀ ਇਹ ਮੇਰਾ ਪੁੱਤਰ ਹੈ, ਤੇ ਉਹ ਦਾਦੇ ਨੂੰ ਕੁੱਟਣ ਨੂੰ ਪੈਂਦਾ, ਨਹੀਂ ਇਹ ਮੇਰਾ ਪਿਓ ਹੈ। ਇਹ ਹੈ ਇਮੋਸ਼ਨ। ਪਿਤਾ ਦੇ ਪੁੱਤਰ ਦਾ ਰਿਸ਼ਤਾ, ਪ੍ਰਭੂ ਦੇ ਦਾਸ ਦਾ, ਪ੍ਰਭੂ ਦੇ ਜਨ ਦਾ ਪ੍ਰਭੂ ਦੇ ਨਾਲ ਰਿਸ਼ਤਾ ਕਿੰਨਾ ਨੇੜੇ ਤੇ ਕਿੰਨਾ ਅਪਣੱਤ ਵਾਲਾ ਬਣ ਜਾਂਦਾ ਹੈ, ਬਿਲਕੁਲ ਉਵੇਂ ਹੀ ਜਿਵੇਂ ਇੱਕ ਪਿਤਾ ਤੇ ਪੁੱਤਰ ਦਾ ਹੁੰਦਾ, ਜਿਹਦੇ ਵਿਚਕਾਰ ਕੋਈ ਹੋਰ ਆ ਹੀ ਨਹੀਂ ਸਕਦਾ। ਪਹਿਲਾਂ ਤਾਂ ਕਬੀਰ ਜੀ ਕਹਿ ਰਹੇ ਸਨ ਕਿ ਮੇਰਾ ਪਿਤਾ ਹੈ, ਹਮਾਰਾ ਪਿਤਾ ਹਮਾਰੋ ਵੱਡ ਗੋਸਾਈ। ਉਹਨੂੰ ਲੋਕਾਂ ਨੂੰ ਕੁਝ ਨਹੀਂ ਦੱਸ ਰਹੇ, ਹੁਣ ਡਾਇਰੈਕਟ ਪ੍ਰਭੂ ਨਾਲ ਗੱਲ ਕਰ ਰਹੇ ਕਿ ਤੂੰ ਮੇਰਾ ਪਿਤਾ ਹੈ ਤੇ ਮੈਂ ਤੇਰਾ ਪੁੱਤਰ ਹਾਂ। ਹੁਣ ਮੇਰਾ ਤੇਰੇ ਨਾਲ ਇਹੋ ਜਿਹਾ ਰਿਸ਼ਤਾ ਬਣ ਗਿਆ ਹੈ। ਕਿਹੋ ਜਿਹਾ ਰਿਸ਼ਤਾ ਬਣ ਗਿਆ ਹੈ? ਇੱਕ ਠਾਹਰ ਦੋਹਾਂ ਬਸੇਗਾ। ਅੱਗੇ ਕਬੀਰ ਜੀ ਨੇ ਗੱਲ ਕੀਤੀ ਹੈ ਕਿ ਮੇਰੇ ਹਿਰਦੇ ਦੇ ਵਿੱਚ ਉਹ ਵਸ ਗਿਆ, ਤੇ ਹਿਰਦਾ ਹੀ ਤਾਂ ਸਾਡੀ ਰਹਿਣ ਦੀ ਵੀ ਥਾਂ ਹੈ। ਤਾਂ ਇਹਦਾ ਮਤਲਬ ਅਸੀਂ ਦੋਵੇਂ ਇੱਕੋ ਹੀ ਘਰ ਦੇ ਵਿੱਚ ਰਹਿ ਰਹੇ ਹਾਂ, ਇੱਕੋ ਘਰ ਹੈ ਤੇ ਦੋਵਾਂ ਦਾ ਬਸੇਰਾ ਉੱਥੇ। ਹੁਣ ਅਸੀਂ ਨੇੜੇ ਰਹਿਣ ਵਾਲੇ ਵੀ ਨਹੀਂ, ਰੱਬ ਮੇਰਾ ਹੁਣ ਗੁਆਂਢੀ ਵੀ ਨਹੀਂ, ਉਹ ਮੇਰੇ ਘਰ ਦਾ ਮੈਂਬਰ ਬਣ ਗਿਆ, ਮੇਰੇ ਹਿਰਦੇ ਰੂਪ ਘਰ ਦੇ ਵਿੱਚ ਵਸ ਗਿਆ ਹੈ। ਮੈਂ ਵੀ ਉੱਥੇ ਹੀ ਰਹਿਣਾ ਜਿੱਥੇ ਉਹ ਰਹਿੰਦਾ ਹੈ। ਉਹ ਮੇਰੇ ਪਰਿਵਾਰ ਦਾ ਮੈਂਬਰ ਬਣ ਗਿਆ ਹੈ, ਉਹ ਮੇਰਾ ਅਤ ਨਜ਼ਦੀਕੀ ਬਣ ਗਿਆ ਹੈ। ਹੁਣ ਮੇਰਾ ਤੇਰੇ ਤੇ ਮਾਣ ਤੇ ਹੱਕ ਵੀ ਉਨਾ ਹੀ ਬਣ ਗਿਆ ਜਿਵੇਂ ਇੱਕ ਪਰਿਵਾਰ ਦੇ ਮੈਂਬਰ ਦਾ ਦੂਜੇ ਪਰਿਵਾਰ ਦੇ ਮੈਂਬਰ ਉੱਤੇ। ਭਗਤਾਂ ਦੀ ਇਹੋ ਜਿਹੀ ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਥਾਂ ਦੇ ਉੱਤੇ ਭਗਤਾਂ ਨੇ ਬਿਆਨ ਕੀਤੀ ਹੈ। ਸਤਿਗੁਰੂ ਜੀ ਨੇ ਵੀ ਬਿਆਨ ਕੀਤੀ ਹੈ, ਭਗਤਾਂ ਨੇ ਵੀ ਬਿਆਨ ਕੀਤੀ ਹੈ। ਮੈਂ ਕੇਵਲ ਇੱਕ ਉਦਾਹਰਨ ਇਸ ਅਵਸਥਾ ਦੀ ਹੋਰ ਆਪ ਜੀ ਦੇ ਸਾਹਮਣੇ ਦੇ ਰਿਹਾ ਹਾਂ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਕਿ ਮੇਰਾ ਤੇ ਤੇਰਾ ਰਿਸ਼ਤਾ ਤੇ ਹੁਣ ਇਸ ਤਰ੍ਹਾਂ ਦਾ ਹੈ ਕਿ ਜੇ ਮੈਂ ਮੋਹ ਦੇ ਬੰਧਨ ਵਿੱਚ ਫਸਿਆ ਹੋਇਆ ਹਾਂ, ਮੈਂ ਬੰਧਨ ਵਿੱਚ ਹਾਂ ਕਿਉਂਕਿ ਮੈਨੂੰ ਮੋਹ ਦਾ ਬੰਧਨ ਸੀ, ਪਰ ਮੈਂ ਤੈਨੂੰ ਵੀ ਓਡਾ ਹੀ ਤਗੜਾ ਬੰਧਨ ਪਾ ਦਿੱਤਾ ਆਪਣੇ ਪ੍ਰੇਮ ਦਾ, ਜੱਫੀ ਪਾ ਲਈ। ਹੁਣ ਮੈਂ ਤਾਂ ਤੇਰੀ ਆਰਾਧਨਾ ਕਰਕੇ ਤੇਰੇ ਪ੍ਰੇਮ ਦੇ ਨਾਲ ਆਪਣੇ ਬੰਧਨ ਤੋਂ ਛੁੱਟ ਜਾਵਾਂਗਾ, ਤੂੰ ਛੁੱਟ ਕੇ ਦਿਖਾ, ਤੂੰ ਯਤਨ ਕਰ। ਇਹ ਭਗਤਾਂ ਦੀ ਆਖਰੀ ਬੰਦ ਦੇ ਵਿੱਚ ਕਬੀਰ ਜੀ ਨੇ ਮਾਨਸਿਕ ਅਵਸਥਾ ਕਿਹਾ ਸੀ ਨਾ ਕਿ ਜਦੋਂ ਉਹਨੂੰ ਪਿਓ ਬਣਾ ਲੈਂਦਾ ਬੰਦਾ ਤੇ ਸਾਰੀ ਸਾਈਕੋਲੋਜੀ ਜੀਵਨ ਦਾ ਪੈਟਰਨ ਹੀ ਬਦਲ ਜਾਏਗਾ। ਕਬੀਰ ਜੀ ਕਹਿੰਦੇ ਹਨ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਹਰ ਦੋਹਾਂ ਬਸੇਰਾ। ਹੁਣ ਜਦੋਂ ਇੱਕੋ ਥਾਂ ਤੇ ਵਸਦੇ ਹਾਂ ਤੇ ਫਿਰ ਅੱਗੇ ਕੀ ਹੋਣਾ ਹੈ? ਕਹੋ ਕਬੀਰ ਜਨ ਏਕੋ ਬੂਝਿਆ। ਇਹ ਕਬੀਰ ਤੂੰ ਕਹਿ, ਜਨ ਭਾਵ ਜਨ ਨੇ, ਉਹਦੇ ਦਾਸ ਨੇ ਏਕੋ ਬੂਝਿਆ। ਬੁੱਝਣ ਦਾ ਮਤਲਬ ਹੈ ਕਿ ਮੈਨੂੰ ਉਹਦੀ ਸਮਝ ਲੱਗ ਗਈ ਹੈ, ਮੇਰੀ ਉਹਦੇ ਨਾਲ ਪਛਾਣ ਹੋ ਗਈ, ਮੈਂ ਉਹਦੇ ਨਾਲ ਸਾਂਝ ਪਾ ਲਈ ਹੈ। ਹੁਣ ਤਾਂ ਮੇਰੀ ਉਸ ਪ੍ਰਭੂ ਨਾਲ ਜਾਣ ਪਛਾਣ ਮੈਂ ਕਰ ਲਈ ਹੈ, ਮੈਂ ਸਾਂਝ ਬਣਾ ਲਈ ਹੈ, ਮੈਂ ਉਹਨੂੰ ਜਾਣ ਲਿਆ ਹੈ। ਜੇ ਅਸੀਂ ਆਮ ਦੁਨਿਆਵੀ ਭਾਸ਼ਾ ਵਰਤੀਏ, ਹੁਣ ਮੇਰੀ ਉਹਦੇ ਨਾਲ ਰੂਹ ਸ਼ਨਾਸੀ ਜਾਂ ਫੇਸ ਟੂ ਫੇਸ ਸਿਰਫ ਬਾਈ ਫੇਸ ਵਾਕਫੀਅਤ ਨਹੀਂ ਹੈ। ਹੁਣ ਮੇਰੀ ਉਹਦੇ ਨਾਲ ਉੱਪਰਲੀ ਬਾਹਰੋਂ ਫਾਰਮਲ ਜਾਣ ਪਛਾਣ ਨਹੀਂ ਹੈ। ਅਸੀਂ ਵੀ ਕਹਿੰਦੇ ਹੁੰਦੇ ਆ ਨਾ ਕਿ ਮੈਂ ਉਹਨੂੰ ਬਾਈ ਫੇਸ ਤਾਂ ਜਾਣਦਾ, ਪਰ ਮੈਂ ਉਹਨੂੰ ਇੰਟਰੋਡਿਊਸ ਨਹੀਂ ਹੋਇਆ, ਇਸ ਕਰਕੇ ਮੈਂ ਬਹੁਤਾ ਕੁਝ ਉਹਦੇ ਬਾਰੇ ਜਾਣਦਾ ਨਹੀਂ। ਮੈਂ ਉਹਨੂੰ ਕੁਝ ਕਹਿ ਨਹੀਂ ਸਕਦਾ, ਮੈਂ ਉਹਨੂੰ ਸਿਫਾਰਿਸ਼ ਨਹੀਂ ਕਰ ਸਕਦਾ ਤੇਰੀ, ਕਿਉਂਕਿ ਮੈਂ ਉਹਦੇ ਨਾਲ ਤੇ ਇੰਟਰੋਡਿਊਸ ਵੀ ਨਹੀਂ ਹੋਇਆ। ਹੁਣ ਕਬੀਰ ਜੀ ਕਹਿੰਦੇ ਹਨ, ਜਨ ਏਕੋ ਬੂਝਿਆ। ਹੁਣ ਮੇਰੀ ਉਸ ਪ੍ਰਭੂ ਦੇ ਨਾਲ ਡੂੰਘੀ ਜਾਣ ਪਛਾਣ ਹੋ, ਹੁਣ ਮੇਰਾ ਆਪਣਾ ਬਣ ਗਿਆ, ਕਿਉਂਕਿ ਅਸੀਂ ਤਾਂ ਰਹਿੰਦੇ ਇੱਕੋ ਘਰ ਦੇ ਵਿੱਚ ਪਏ, ਹੁਣ ਹੈ ਹੀ ਮੇਰਾ। ਤੇ ਹੋਵੇ ਵੀ ਕਿਵੇਂ ਨਾ, ਜਦੋਂ ਪ੍ਰੇਮ ਹੀ ਇੰਨਾ ਹੈ, ਇੱਕੋ ਘਰ ਦੇ ਵਿੱਚ ਰਹਿ ਰਹੇ ਹਾਂ, ਇੱਕ ਦੂਜੇ ਨਾਲ ਪ੍ਰੇਮ ਕਰਦੇ ਹਾਂ, ਇੱਕ ਦੂਜੇ ਨੂੰ ਬੰਨ ਵੀ ਸਕਦੇ ਹਾਂ, ਤਾਂ ਫਿਰ ਜਨ ਏਕੋ ਬੂਝਿਆ।
ਗੁਰ ਪ੍ਰਸਾਦ ਮੈਂ ਸਭ ਕਿਛ ਸੂਝੇ। ਗੁਰੂ ਨੇ ਬਖਸ਼ਿਸ਼ ਕੀਤੀ, ਮੈਨੂੰ ਇਹ ਰਸਤਾ ਦਿਖਾਇਆ ਤੇ ਮੈਨੂੰ ਇਸ ਰਸਤੇ ਦੀ ਜਿੰਨੀ ਸੂਝ ਦੀ ਲੋੜ ਸੀ ਇਹ ਸਫਲ ਜੀਵਨ ਜਿਉਣ ਦੇ ਲਈ, ਸਤਿਗੁਰੂ ਮਿਲੇ ਤਾਂ ਮਾਰਗ ਦਿਖਾਇਆ। ਮੈਨੂੰ ਉਹ ਸਾਰੀ ਸੂਝ-ਬੂਝ ਜਿਹੜੀ ਇਸ ਜੀਵਨ ਨੂੰ ਸਫਲ ਕਰ ਦੇਣ ਦੇ ਲੋੜ ਸੀ, ਇਹ ਬਾਜ਼ੀ ਨੂੰ ਜਿੱਤਣ ਦੇ ਲਈ ਲੋੜ ਸੀ, ਉਹ ਮੈਨੂੰ ਸਾਰੀ ਇਸ ਰਸਤੇ ਦੀ ਸੂਝ ਹੋ ਗਈ ਹੈ। ਹੁਣ ਮੈਂ ਆਪਣੇ ਜੀਵਨ ਨੂੰ ਸਫਲ ਕਰਨ ਜੋਗਾ ਹੋ ਗਿਆ। ਇਹ ਜੋ ਅਵਸਥਾ ਦੀ ਗੱਲ ਕਬੀਰ ਜੀ ਨੇ ਸ਼ੁਰੂ ਕੀਤੀ ਸੀ, ਮੋਈ ਮੇਰੀ ਮਾਈ, ਕਿ ਮੇਰੀ ਮਾਂ ਮਾਇਆ ਉਹ ਮਰ ਗਈ ਹੈ, ਮੈਂ ਉਹਨੂੰ ਕਾਬੂ ਦੇ ਵਿੱਚ ਕਰ ਲਿਆ ਹੈ, ਮੈਂ ਖਰਾ ਸੁਖਾਲਾ ਹੋ ਗਿਆ ਹਾਂ ਤੇ ਮੈਂ ਇਸ ਜੀਵਨ ਨੂੰ ਜਿੱਤ ਕੇ ਦੁਬਾਰਾ ਇਹਦੇ ਦੁੱਖ ਸਹਿਣ ਲਈ, ਮਾਇਆ ਦੀ ਦਿੱਤੀ ਹੋਈ ਪਰੇਸ਼ਾਨੀ ਸਹਿਣ ਲਈ ਮੈਂ ਬਾਰ-ਬਾਰ ਜੀਵਨ ਦੇ ਵਿੱਚ ਨਹੀਂ ਆਉਣਾ। ਇਹ ਅਵਸਥਾ ਸਾਰੀ ਦਾ ਬਿਆਨ ਕਬੀਰ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਕੀਤਾ ਹੈ। ਕਹਿਣਾ, ਸਾਨੂੰ ਸਮਝਾਉਣਾ ਇਹੀ ਚਾਹੁੰਦੇ ਹਨ ਕਿ ਭਾਈ ਉਸ ਪ੍ਰਭੂ ਦੇ ਨਾਲ ਨੇੜੇ ਦਾ ਰਿਸ਼ਤਾ ਬਣਾਓ, ਪ੍ਰੇਮ ਦਾ ਰਿਸ਼ਤਾ ਬਣਾਓ। ਇਹੀ ਇੱਕ ਰਸਤਾ ਹੈ ਇਸ ਜੀਵਨ ਨੂੰ ਸੁਖਾਲਾ ਕਰਨ ਦਾ ਵੀ, ਤੇ ਇਹੀ ਰਸਤਾ ਹੈ ਇਸ ਜੀਵਨ ਦੀ ਬਾਜ਼ੀ ਨੂੰ ਜਿੱਤਣ ਦਾ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।